ਸਤਿ ਸ਼੍ਰੀ ਅਕਾਲ ਦੋਸਤੋ, मैं कैलाश ਤੇ ਅੱਜ ਤੁਹਾਡੇ ਲਈ ਲੈ ਕੇ ਆਇਆ ਆਪਣਾ 16ਵਾਂ ਐਪੀਸੋਡ ਸੰਡੇ ਸਪੈਸ਼ਲ ਦਾ। ਇਹ ਸੰਡੇ ਸਪੈਸ਼ਲ ਪ੍ਰੋਗਰਾਮ ਆਪਾਂ ਹਰ ਸੰਡੇ ਕਰਦੇ ਹਾਂ। ਇਹ ਸਾਡਾ ਪ੍ਰੋਗਰਾਮ ਪੰਜਾਬ ਦੇ ਭਖਦੇ ਮੁੱਦਿਆਂ ਅਤੇ ਦੇਸ਼ ਦੇ ਮੇਨ ਮੁੱਦਿਆਂ ਬਾਰੇ ਹੁੰਦਾ ਹੈ। ਇਸ ਬਾਰੇ ਆਪਣੇ ਐਕਸਪਰਟ ਸੰਦੀਪ ਜੀ ਨਾਲ ਰਾਏ ਕਰਦੇ ਹਨ। ਅਤੇ ਅੱਜ ਸਾਡੇ ਲਈ ਇੱਕ ਹੋਰ ਖਾਸ ਗੱਲ ਹੈ। ਅੱਜ ਸਾਡੇ ਨਾਲ ਜੁੜੇ ਹਨ ਸਾਡੇ ਖਾਸ ਮਹਿਮਾਨ ਅਤੇ ਸਾਡੇ ਬੁਲਾਰੇ ਸਫਰ ਸ਼ੁਕਲਾ ਜੀ। ਉਹ ਵੀ ਨਾਲ ਅੱਜ ਪੰਜਾਬ ਦੇ ਭਖਦੇ ਮੁੱਦਿਆਂ 'ਤੇ ਸਾਡੇ ਨਾਲ ਗੱਲਬਾਤ ਕਰਾਂਗੇ। ਅਤੇ ਆਪਾਂ ਪਹਿਲਾਂ ਗੱਲ ਕਰਦੇ ਹਾਂ। ਅੱਜ ਸਾਡੇ ਮੇਨ ਮੁੱਦੇ ਹਨ 4 ਕੱਕਿਆਂ ਨੂੰ ਲਾ ਕੇ 4 ਕੇ ਕੇਂਦਰ ਸਰਕਾਰ, ਕਰੋਨਾ, ਕੈਪਟਨ ਸਰਕਾਰ ਅਤੇ ਕਿਸਾਨ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿਸਾਨਾਂ ਦੀ। ਕਿਸਾਨਾਂ ਨੂੰ ਸੜਕਾਂ 'ਤੇ ਕਿਉਂ ਉਤਰਨਾ ਪਿਆ? ਅੱਜ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਵੱਲ ਜਾਣਾ ਪਿਆ। ਕਿਸਾਨ ਜੇ ਕੇਂਦਰ ਸਰਕਾਰ ਆਰਡੀਨੈਂਸ ਬਿੱਲ ਪਾਸ ਕਰਦੀ ਹੈ ਤਾਂ ਕਿਸਾਨ ਉਹਦੇ ਵਿਰੋਧ 'ਚ ਕਿਉਂ? ਕਿਸਾਨਾਂ ਨੂੰ ਕਿਉਂ ਵਿਰੋਧਤਾ ਕਰਨੀ ਪੈ ਰਹੀ ਹੈ? ਇਸ ਤੋਂ ਪਹਿਲਾਂ ਵੀ ਕੁਝ ਸਿਆਸਤੀ ਪਾਰਟੀਆਂ ਨੇ ਵੀ ਆਪਣੀ ਪਾਰਟੀ ਦੇ ਏਜੰਡੇ ਖੋਲ੍ਹੇ, ਅਸਤੀਫੇ ਵੀ ਦਿੱਤੇ ਗਏ ਹਰਸਿਮਰਤ ਕੌਰ ਬਾਦਲ ਵੱਲੋਂ। ਜਦ ਕਿ ਉਸ ਤੋਂ ਪਹਿਲਾਂ ਉਹਨਾਂ ਨੇ ਜਦੋਂ ਆਰਡੀਨੈਂਸ ਪਾਸ ਕੀਤਾ ਗਿਆ ਸੀ ਅਤੇ ਟੇਬਲ 'ਤੇ ਹੱਥ ਮਾਰ ਕੇ ਉਹਨਾਂ ਨੇ ਕਿਹਾ ਸੀ ਕਿਸਾਨ ਦੇ ਹੱਕ ਦੇ ਲਈ ਲੜਾਈ ਲੜੀ ਗਈ ਹੈ ਕੇਂਦਰ ਵੱਲੋਂ, ਅਤੇ ਅੱਜ ਉਸੇ ਖਿਲਾਫ ਇਸਤੀਫਾ ਕਿਉਂ ਦਿੱਤਾ ਗਿਆ? ਤਾਂ ਆਪਾਂ ਗੱਲਬਾਤ ਕਰਾਂਗੇ ਸੰਦੀਪ ਜੀ ਨਾਲ। ਤਾਂ ਸੰਦੀਪ ਜੀ, ਸਭ ਤੋਂ ਪਹਿਲਾਂ ਆਪਾਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦੇ ਹਾਂ ਕਿ ਕਿਸਾਨ ਆਰਡੀਨੈਂਸ ਬਿੱਲ ਇਹ ਹੈ ਕੀ, ਅਤੇ ਇਹਦੇ ਖਿਲਾਫ ਕਿਉਂ ਕਿਸਾਨ? ਦੇਖੋ ਕੈਲਾਸ਼ ਜੀ, ਪਿਛਲੇ ਅਸੀਂ ਐਪੀਸੋਡ ਦੇ ਵਿੱਚ ਜਦੋਂ ਗੱਲ ਕੀਤੀ ਸੀ ਵੀ ਸਭ ਨਾਲ ਪਹਿਲਾਂ ਕਲੀਅਰ ਕਰ ਦੇਣਾ ਚਾਹੁੰਦਾ ਹਾਂ। ਮੈਂ ਤੁਹਾਨੂੰ ਉਦੋਂ ਕਹਿ ਦਿੱਤਾ ਸੀ ਬਿੱਲ ਪਾਸ ਹੋ ਜਾਣਾ, ਕਲੀਅਰ ਹੀ ਸੀ, ਕਿਉਂਕਿ ਬਹੁਮਤ ਜਿਹੜਾ ਭਾਰਤੀ ਜਨਤਾ ਪਾਰਟੀ ਕੋਲ ਸੀ। ਤੁਸੀਂ ਕਹਿੰਦੇ ਵੀ ਕਿਉਂ ਪਾਸ ਹੋਇਆ, ਕੀ ਹੋਇਆ? ਦੇਖੋ, ਇਹ ਆਰਡੀਨੈਂਸ ਜਿਹੜਾ ਜਦੋਂ ਆ ਗਿਆ ਸੀ ਨਾ, ਉਦੋਂ ਹੀ ਸਪਸ਼ਟ ਹੋ ਗਿਆ ਸੀ, ਪਰ ਕਿਸਾਨ ਇਹਦੇ ਵਿਰੁੱਧ ਬੜੇ ਤਗੜੇ ਤਰੀਕੇ ਨਾਲ ਲਾਮਬੰਦ ਹੋਏ ਨੇ। ਕਿਸਾਨਾਂ ਦੀ ਮੰਗਾਂ ਨੂੰ ਸਮਝਣ ਦੀ ਲੋੜ ਸੀ। ਇਹ ਆਰਡੀਨੈਂਸ ਲਿਆਉਣ ਤੋਂ ਪਹਿਲਾਂ ਉਹਨਾਂ ਨੂੰ ਸਮਝਾਉਣ ਦੀ ਲੋੜ ਸੀ। ਜਿਹੜਾ ਅੱਜ ਦੇ ਐਡਾ ਵੱਡਾ ਵਿਰੋਧ ਹੋ ਰਿਹਾ ਹੈ, ਇਹਦੇ 'ਤੇ ਝੁਕਣਾ ਪੈਣਾ ਹੈ। ਝੁਕਣਾ ਪਿਆ ਉਹਨੂੰ ਜਿਹੜੀ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਆਪਣੇ ਆਪ ਨੂੰ ਹਤੈਸ਼ੀ ਕਹਿੰਦੀ ਹੈ। ਜੇ ਹੁਣ ਵੀ ਨਾ ਝੁਕਦੀ ਤਾਂ ਫਿਰ ਮੈਨੂੰ ਲੱਗਦਾ ਗੇਮ ਤਾਂ ਆਊਟ ਹੋ ਜਾਣੀ ਸੀ। ਇਸ ਟਾਈਮ ਇੱਕ ਰਾਜਨੀਤੀ ਚੱਲ ਪਈ ਇਹਨਾਂ ਦੇ ਉੱਤੇ, ਰਾਜਨੀਤੀ ਵਾਰ ਚੱਲ ਰਹੀ ਹੈ ਕ੍ਰੈਡਿਟ ਲੈਣ ਦੀ। ਜਦੋਂ ਇੱਕ ਸਿਮਰਤਜੀਤ ਕੌਰ ਬਾਦਲ ਕਹਿੰਦੇ ਸੀ ਵੀ ਮੈਂ ਇਹ ਆਰਡੀਨੈਂਸ ਜਿਹੜਾ ਵਧੀਆ, ਉਹ ਹਜੇ ਵੀ ਸ਼ਬਦੋ ਦੇ ਇਹੋ ਹੀ ਹੈ ਵੀ ਆਰਡੀਨੈਂਸ ਅੱਛਾ ਹੈ, ਲੇਕਿਨ ਕਿਸਾਨ ਜਿਹੜੇ ਪੂਰੀ ਤਰ੍ਹਾਂ ਇਹਨੂੰ ਸਮਝ ਨਹੀਂ ਪਾਏ। ਪਰ ਮੈਂ ਕਹਿੰਦਾ ਵੀ ਕਿਸਾਨਾਂ ਨੂੰ ਤੁਸੀਂ ਪੁੱਛਿਆ ਆਰਡੀਨੈਂਸ ਲਿਆਉਣ ਤੋਂ ਪਹਿਲਾਂ ਕਿਸੇ ਜਥੇਬੰਦੀ ਨਾਲ ਤੈਅ ਗੱਲ ਕੀਤੀ ਹੈ? ਕਿਸੇ ਨੂੰ ਵਿਚਾਰ 'ਚ ਲਿਆ, ਕਿਸੇ ਨੂੰ ਭਰੋਸਾ 'ਚ ਰਿਹਾ? ਰਾਜਨੀਤਿਕ ਪਾਰਟੀਆਂ ਦਾ ਕੰਮ ਸਿਰਫ ਏਜੰਡੇ ਬਣਾ ਕੇ ਆਪਣੇ ਏਜੰਡਿਆਂ ਨੂੰ ਓਕੇ ਕਰਨਾ ਨਹੀਂ ਹੁੰਦਾ। ਇਹ ਏਜੰਡਾ ਓਕੇ ਕੀਤਾ ਗਿਆ ਭਾਰਤੀ ਜਨਤਾ ਪਾਰਟੀ ਵੱਲੋਂ। ਜੋ ਲੋਕ ਕਹਿ ਰਹੇ ਨੇ, ਇੱਥੋਂ ਤੱਕ ਵੀ ਲੋਕ ਕਹਿ ਰਹੇ ਨੇ ਵੀ ਇਹ ਇਹਨਾਂ ਦੇ ਏਜੰਡੇ 'ਚ ਇੱਕ ਪ੍ਰਾਈਵੇਟੇਸ਼ਨ ਜਿਹੜੀ ਹੈਗੀ ਸੀ ਨਾ, ਉਹਦੇ ਨਾਲ ਇਹ ਵੀ ਇੱਕ ਏਜੰਡਾ ਵੀ ਕਿਸਾਨਾਂ ਨੂੰ ਮਾਰਨ ਦਾ। ਮੈਂ ਸਿੱਧੇ ਸਪਸ਼ਟਾਂ 'ਚ ਕਹਿ ਰਿਹਾ ਵੀ ਅੱਜ ਦੀ ਡੇਟ 'ਚ ਕਿਸਾਨ ਹਤਾਸ਼ ਪਰੇਸ਼ਾਨ ਹੈ। ਜੇ ਕਿਸਾਨ ਇਸ ਤਰ੍ਹਾਂ ਮਰਦਾ ਹੈ ਜਾਂ ਕਿਸਾਨ ਇਸ ਤਰ੍ਹਾਂ ਆਪਣੇ ਹੱਕਾਂ ਤੋਂ ਵਾਂਝੇ ਹੁੰਦਾ ਹੈ ਜੋ ਸੋਚਦਾ ਹੈ, ਅਤੇ ਇਹਦੇ ਨਤੀਜੇ ਬੜੇ ਭਿਆਨਕ ਨਿਕਲਣੇ। ਪੰਜਾਬ ਵਰਗੀ ਜਿਹਦੇ ਤੋਂ ਸਰਕਾਰਾਂ ਜਿਹੜੀਆਂ ਚੱਲਦੀਆਂ ਨੇ, ਪੰਜਾਬ ਦਾ ਖਜ਼ਾਨਾ ਭਰਦਾ ਹੈ 100 ਕਿੰਨੇ ਕਰੋੜ ਰੁਪਈਆ ਜਿਹੜਾ ਮੰਡੀ ਨੂੰ ਰੈਵਨਿਊ ਆ ਰਿਹਾ, ਉਹ ਰੈਵਨਿਊ ਬੰਦ ਹੋਣਾ, ਹੋਰ ਬੜੇ ਦੁਰਭਾਵ ਨਿਕਲਣੇ। ਕਈ ਤਰ੍ਹਾਂ ਦੇ ਏਜੰਟ, ਕਈ ਤਰ੍ਹਾਂ ਦੇ ਉਹਦੇ ਨਾਲ ਜਿਹੜੀਆਂ ਜੁੜੀਆਂ ਆਮ ਪੰਡਾਲੇ ਦੂਜੀਆਂ ਤੀਜੀਆਂ ਜਿਹੜੀਆਂ, ਉਹ ਸਭ ਜਿਹੜੀਆਂ ਬੰਦ ਹੋਣ ਜਾ ਰਹੀਆਂ। ਕਿਸਾਨਾਂ ਦਾ ਗੁੱਸਾ ਮੈਨੂੰ ਲੱਗਦਾ ਬਿਲਕੁਲ ਜਾਇਜ਼ ਹੈ ਜੀ। ਕਿਸਾਨਾਂ ਦਾ ਗੁੱਸਾ ਜਾਇਜ਼ ਤੁਸੀਂ ਕਹਿੰਦੇ ਪਏ ਹੋ। ਸਰਕਾਰ ਕਹਿੰਦੀ ਪਈ ਹੈ ਕਿ ਕਿਸਾਨਾਂ ਦਾ ਹੱਕ MSP ਨਹੀਂ ਹਟੇਗਾ। ਨਹੀਂ, MSP ਨਹੀਂ ਹਟੇਗਾ, ਪਰ ਕਿਸਾਨ ਵਿਰੋਧ ਕਿਉਂ ਕਰਦਾ ਪਿਆ? ਜੇ ਕਿਸਾਨ ਨੂੰ ਓਪਨ ਮੰਡੀ ਦੇ ਦਿੱਤੀ ਗਈ ਹੈ ਪੂਰੇ ਇੰਡੀਆ ਤੇ, ਆਧਾਰ ਕਾਰਡ ਲੈ ਕੇ ਕਿਤੇ ਵੀ ਜਾ ਕੇ ਆਪਣਾ ਸਮਾਨ ਵੇਚ ਸਕਦਾ। ਕੈਲਾਸ਼ ਜੀ, ਸਿਰਫ ਓਪਨ ਮੰਡੀ ਨਹੀਂ ਚਾਹੁੰਦਾ। ਛੋਟਾ ਕਿਸਾਨ ਨੇ ਓਪਨ ਮੰਡੀ ਨੂੰ ਕੀ ਕਰਨਾ ਹੈ? 1 ਕਿਲੋ ਇੱਕ ਟਰਾਲੀ ਜਿਹੜਾ ਝੋਨਾ ਉਹ ਲੈ ਕੇ ਉਹ ਕਿਤੇ UP 'ਚ ਵੇਚਣ ਚੱਲ ਜਾਏਗਾ? ਕਿਸਾਨ ਕਿੱਦਾਂ ਜਾਏਗਾ? ਕਿਸਾਨ ਚਾਹੁੰਦਾ ਸਿਕਿਉਰਿਟੀ ਉਹਦੀ ਹੈਗੀ MSP ਦੇ ਵਿੱਚ, ਜਿਹੜਾ ਮਿਨੀਮਮ ਸਰਕਾਰ ਦਾ ਪ੍ਰਾਈਜ਼ ਹੈ ਉਹਦੇ 'ਤੇ ਹੀ ਸਿਕਿਉਰਿਟੀ ਹੈ। ਸਰਕਾਰ ਆਪਣੀਆਂ ਜਿਹੜੀਆਂ ਮਿਨੀਮਮ ਪ੍ਰਾਈਸ ਦੀ ਜਿਹੜੀ ਜ਼ਿੰਮੇਵਾਰੀਆਂ ਤੋਂ ਭੱਜਣ ਤੋਂ ਇਲਾਵਾ ਹੋਰ ਕੁਛ ਨਹੀਂ ਕਰ ਰਹੀ। ਉਹ ਨਹੀਂ ਚਾਹੁੰਦੀ ਵੀ ਕੱਲ੍ਹ ਨੂੰ ਬਾਰ-ਬਾਰ ਮੈਨੂੰ ਹਰ ਸਾਲ ਆਉਂਦੇ ਮੁੱਦੇ ਵੀ MSP ਵਧਾਓ। ਇਹਨਾਂ ਮੁੱਦਿਆਂ ਤੋਂ ਭੱਜਣ ਲਈ ਜੇ ਮੰਨ ਲਓ ਵੀ ਇੱਕ ਜਗ੍ਹਾ 4000 ਰੇਟ ਹੋਇਆ ਅਤੇ 3000, ਉਹਨਾਂ ਕਹਿਣਾ ਵੀ ਤੁਸੀਂ MSP ਕੀ ਕਰਨੀ, ਉੱਥੇ ਜਾ ਕੇ ਵੇਚ ਲਓ। ਉਹ ਛੋਟਾ ਕਿਸਾਨ ਉੱਥੇ ਜਾ ਕੇ ਵੇਚ ਲੂਗਾ ਇੰਨੀ ਦੂਰ ਜਾ ਕੇ। ਇਹ ਬੜਾ ਵੱਡਾ ਛੋਟੇ ਕਿਸਾਨ ਦਾ ਮੁੱਦਾ। ਆਪਾਂ ਇੱਕ ਹੋਰ ਇਸੇ ਮੁੱਦੇ 'ਤੇ ਗੱਲ ਕਰਾਂਗੇ। ਆਪਾਂ ਪੁੱਛਾਂਗੇ ਕਿ ਕਿਸਾਨ 2 ਹੀ ਫਸਲਾਂ ਸਿਰਫ MSP 'ਚ ਹੈਗੀਆਂ ਜੇ, ਇੱਕ ਕਣਕ ਦੀ ਗਈ ਹੈ, ਦੂਸਰੀ ਝੋਨੇ ਦੀ ਹੈ, ਅਤੇ ਦੋਨੋਂ ਫਸਲਾਂ ਮੰਡੀ ਦੇ ਵਿੱਚ ਆੜ੍ਹਤੀਆਂ ਦੇ ਕੋਲ ਉਤਰਦੀ ਹੈ। ਅਤੇ ਕੀ ਕਿਸਾਨ ਹਜੇ ਵੀ ਆੜ੍ਹਤੀਆਂ ਦੇ ਨਾਲ ਹੀ ਕੰਮ ਕਰਨਾ ਚਾਹੁੰਦਾ?
ਸੋ MSP ਦਾ ਵਿਰੋਧ ਕਰ MSP ਦੇ ਨਾਲ ਆਪਣਾ ਜਿਹੜਾ ਸਰਕਾਰ ਵੱਲੋਂ ਨਵੇਂ ਆਰਡੀਨੈਂਸ ਪਾਸ ਕੀਤੇ ਗਏ ਉਹਦਾ ਵਿਰੋਧ ਕਰ ਰਿਹਾ। ਵੇਖੋ ਜੀ, ਮੈਂ ਜਿੱਥੋਂ ਤੱਕ ਸਮਝਦਾ ਹਾਂ ਕਿ MSP ਸਰਕਾਰ ਕਹਿੰਦੀ ਹੈ ਕਿ ਨਾ ਜੋ MSP ਹੈ ਉਹ ਜਾਰੀ ਰਹੇਗੀ। MSP ਨੂੰ ਲੈ ਕੇ ਜਿਹੜਾ ਕਿਸਾਨਾਂ ਦਾ ਵਿਰੋਧ ਹੈ, ਮੈਨੂੰ ਨਹੀਂ ਸਮਝ ਆਉਂਦਾ ਕਿ ਕਿਸਾਨ ਵਿਰੋਧ ਕਿਉਂ ਕਰ ਰਹੇ ਨੇ। ਸਭ ਤੋਂ ਵੱਡੀ ਗੱਲ ਹੈ ਕਿਸਾਨ ਨੂੰ ਇੱਕ ਆਜ਼ਾਦੀ ਦਿੱਤੀ ਗਈ। ਜਿਹੜੇ 3 ਬਿੱਲ ਪਾਸ ਹੋਏ ਨੇ 90 ਦਿਨ ਤੱਕ, ਹਰਸਿਮਰਤ ਕੌਰ ਬਾਦਲ ਆਖਿਰ ਸਿਆਸੀ ਰੋਟੀਆਂ ਕਿਉਂ ਸੇਕਦੇ ਰਹੀ, ਉਹਨੇ 90 ਦਿਨ ਤੋਂ ਬਾਅਦ ਇਸਤੀਫਾ ਦਿੱਤਾ। ਸਭ ਤੋਂ ਵੱਡੀ ਗੱਲ ਹੈ ਕਿ ਕਿਸਾਨਾਂ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾਈ ਜਾ ਰਹੀ ਹੈ। ਕੈਪਟਨ ਸਰਕਾਰ ਕਹਿੰਦੇ ਆ ਕਿ ਮੈਂ ਕੋਰਟ ਤੇ ਜਾਵਾਂਗਾ। ਸਭ ਤੋਂ ਵੱਡੀ ਗੱਲ ਹੈ ਕਿ ਮੰਡੀ ਵਿੱਚ ਜਿਹੜਾ 28,000 ਰਜਿਸਟਰਡ ਜਿਹੜਾ ਪੰਜਾਬ ਵਿੱਚ ਜਿਹੜਾ ਹੈਗਾ ਕਮਿਸ਼ਨ ਏਜੰਟ, ਉਹਨੂੰ ਬਾਹਰ ਦਾ ਰਾਹ ਵਿਖਾ ਦਿੱਤਾ ਗਿਆ। ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਕੇਂਦਰ ਸਰਕਾਰ ਨੇ ਜਿਹੜਾ ਇਹ ਬਿੱਲ ਲੈ ਕੇ ਆਂਦਾ, ਜਿਹੜਾ ਬਿੱਲ ਪਾਸ ਹੋਇਆ ਲੋਕ ਸਭਾ 'ਚ, ਰਾਜ ਸਭਾ 'ਚ ਹੋਣਾ ਆ, ਉਹ ਪੂਰੇ ਦੇਸ਼ ਵਾਸਤੇ ਆ। ਇੱਕ ਦੇਸ਼ ਇੱਕ ਵੈਲਿਊ। ਤੇ ਸੰਦੀਪ ਜੀ ਕਹਿੰਦੇ ਨੇ ਕਿ ਛੋਟੇ ਕਿਸਾਨ ਨੂੰ ਕੀ ਫਾਇਦਾ ਹੋਏਗਾ, ਇੱਕ ਟਰਾਲੀ ਉਹ ਕਿੱਥੇ ਵੇਚੇਗਾ। ਲੇਕਿਨ ਇਹਨਾਂ ਨੇ ਤਿੰਨੋਂ ਜਿਹੜਾ ਐਕਟ ਕਹਿੰਦਾ ਆ ਕਿ ਕਿਸਾਨ ਜ਼ਮੀਨ ਉੱਤੇ ਜਦੋਂ ਫਸਲ ਬੋਂਦਾ ਹੈ ਉਦੋਂ ਹੀ ਐਗਰੀਮੈਂਟ ਕਰ ਸਕਦਾ ਹੈ। ਕਿਸਾਨ ਨੂੰ ਕੋਈ ਵੀ ਆਪਦਾ ਆਉਂਦੀ ਹੈ, ਕਿਸਾਨ ਉਹਦਾ ਜ਼ਿੰਮੇਵਾਰ ਨਹੀਂ ਹੋਏਗਾ। ਸਭ ਤੋਂ ਵੱਡੀ ਗੱਲ ਹੈ ਕਿ ਕਿਸਾਨ ਦਾ ਜਿਹੜਾ MSP ਨਿਰਧਾਰਿਤ ਹੈ ਉਹ ਹਾਲੇ ਵੀ ਨਿਰਧਾਰਿਤ ਹੈ। ਕੇਵਲ ਮੰਡੀ ਬੋਰਡ ਦੇ ਲੱਖਾਂ ਕਰੋੜਾਂ ਆਮਦਨ ਜਿਹੜੀ ਹੈਗੀ ਹੈ ਸਰਕਾਰ ਦੀ, ਪੰਜਾਬ ਸਰਕਾਰ ਦੀ ਗੱਲ ਕਰਾਂ ਜਾਂ ਬਾਕੀਆਂ ਸਰਕਾਰਾਂ ਦੀਆਂ, ਉਹ ਮੰਡੀ ਬੋਰਡ ਦੀ ਜਿਹੜੀ ਆਮਦਨ ਹੈ ਉਹ ਕੇਂਦਰ ਸਰਕਾਰ ਦੇ ਇਸ ਤੋਂ ਬਿੱਲ ਤੋਂ ਬਾਅਦ ਉਹ ਆਮਦਨ ਸਰਕਾਰਾਂ ਨੂੰ, ਰਾਜ ਸਰਕਾਰਾਂ ਨੂੰ ਨਹੀਂ ਹੋਣਗੀਆਂ। ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਸਿਆਸੀ ਰੋਟੀਆਂ ਸੇਕੀ ਜਾ ਰਹੀਆਂ। ਸਭ ਤੋਂ ਵੱਡੀ ਗੱਲ ਹੈ ਕਿ ਕਿਸਾਨਾਂ ਨੂੰ ਆਖਿਰ ਵਿਰੋਧ ਕਿਉਂ ਹੈ, ਜਦੋਂ ਇੱਕ ਫਸਲ ਇੱਕ ਦੇਸ਼ ਜਿੱਥੇ ਮਰਜ਼ੀ ਵੇਚ ਸਕਦੇ ਨੇ, ਆਨਲਾਈਨ ਵੇਚ ਸਕਦੇ ਨੇ। ਇੱਕ ਪਾਸੇ ਆਪਾਂ 21ਵੀਂ ਸਦੀ ਵਿੱਚ ਜੀ ਰਹੇ ਹਾਂ, ਸਾਨੂੰ ਹਾਈਟੈਕ ਮਾਮਲਾ ਹੈਗਾ, ਟ੍ਰੇਡ ਏਰੀਆ ਓਪਨ ਹੋ ਜਾਂਦਾ ਹੈ। ਸਭ ਤੋਂ ਵੱਡੀ ਗੱਲ ਹੈ ਕਿ ਪੂੰਜੀਪਤੀਆਂ ਨੂੰ ਕਹਿੰਦੇ ਫਾਇਦਾ ਹੋਏਗਾ ਫਾਇਦਾ, ਪਰ ਵੱਡੇ ਪੂੰਜੀਪਤੀ ਅਗਰ ਆਉਂਦੇ ਆ, ਅਗਰ ਉਹ ਕਿਸਾਨਾਂ, ਛੋਟੇ ਕਿਸਾਨਾਂ ਦੀ ਫਸਲ ਪਹਿਲਾਂ ਹੀ ਐਗਰੀਮੈਂਟ ਕਰ ਲੈਂਦੇ ਆ ਬੀਜਣ ਤੋਂ ਪਹਿਲਾਂ ਹੀ, ਤਾਂ ਕੀ ਕਿਸਾਨਾਂ ਨੂੰ ਫਾਇਦਾ ਨਹੀਂ ਹੋਏਗਾ? ਕਿਸਾਨਾਂ ਨੂੰ ਕੋਈ ਵੀ ਆਪਦਾ ਆਉਂਦੀ ਆ, ਕਿਸਾਨ ਨੂੰ ਕੋਈ ਉਹਦੇ ਨਾਲ ਲੈਣਾ ਦੇਣਾ ਨਹੀਂ ਆ। ਇਹ ਜਿਹੜਾ ਤਿੰਨੋਂ ਬਿੱਲ ਹੈ, ਮੈਂ ਸਮਝਦਾ ਕਿ ਕਿਸਾਨਾਂ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੂੰ ਸਮਝਾਉਣ ਦੀ ਜਿਹੜੀ ਹੈਗੀ ਆ, ਇਹ ਸਮਝਾ ਨਹੀਂ ਸਕੇ। ਕਿਉਂਕਿ ਅਗਰ ਇੱਕ ਬਿੱਲ ਪੂਰੇ ਦੇਸ਼ ਵਿੱਚ ਲਾਗੂ ਹੈ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਕੇਵਲ ਪੰਜਾਬ, ਹਰਿਆਣਾ ਜਾਂ 1-2 ਹੋਰ ਪ੍ਰਦੇਸ਼ਾਂ ਵਿੱਚ ਕਿਉਂ ਹੀ ਪ੍ਰਦਰਸ਼ਨ ਹੋ ਰਹੇ ਨੇ। ਯੂਪੀ, ਬਿਹਾਰ ਵੀ ਤਾਂ ਕਿਸਾਨਾਂ ਦਾ ਬਹੁਤ ਵੱਡਾ ਗੜ ਹੈ, ਉੱਥੇ ਕਿਉਂ ਨਹੀਂ ਹੋ ਰਿਹਾ? ਹੁਣ ਗੱਲ ਆਏਗੀ ਕਿ ਯੂਪੀ 'ਚ ਜੀ BJP ਸਰਕਾਰ ਹੈ ਜਾਂ ਬਿਹਾਰ 'ਚ ਜੀ BJP ਗਠਬੰਧਨ ਸਰਕਾਰ ਹੈ। ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਆਖਰ ਕਿਸਾਨ ਵਿਰੋਧ ਕਿਉਂ ਕਰ ਰਹੇ ਨੇ? ਇਹ ਜਿਹੜੇ ਤਿੰਨੋਂ ਐਕਟ ਨੇ, ਉਹ ਅਗਰ ਬਿੱਲ ਪਾਸ ਹੋਇਆ ਤੇ ਅਗਰ ਮੰਨ ਲਓ ਚਲੋ ਸੰਸਦ ਵਿੱਚ ਬਹੁਮਤ ਹੈ BJP ਦਾ, ਪਾਸ ਹੋ ਗਿਆ ਬਿੱਲ, ਜੇ ਰਾਜ ਸਭਾ 'ਚ ਇਹਦੀ ਚਰਚਾ ਹੋਣੀ ਹੈ। ਪਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜਾ ਬਿੱਲ ਹੈ, ਨਿਊਨਤਮ ਜਿਹੜਾ ਸਮਰਥਨ ਮੁੱਲ ਹੈ ਜਿਹਨੂੰ ਆਪਾਂ MSP ਕਹਿੰਦੇ ਆ, ਉਹ ਤੇ ਲਾਗੂ ਰਹਿਣਾ ਹੀ ਆ। ਕਿਉਂਕਿ ਅਗਰ ਹੁਣ ਇਹਨਾਂ ਨੂੰ ਇਹ ਸ਼ੱਕ ਹੈ ਕਿ MSP ਹਟਾ ਦਿੱਤੀ ਜਾਏਗੀ ਜਾਂ ਸਰਕਾਰ ਇਹਨਾਂ ਦੀ MSP ਦੇ ਆਧਾਰ 'ਤੇ ਇਹਨਾਂ ਦੀ ਫਸਲਾਂ ਨਹੀਂ ਖਰੀਦਣਗੇ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਕੇਂਦਰ ਸਰਕਾਰ ਅਗਰ ਆਪਾਂ ਕਹੀਏ ਸ਼ੱਕ ਦੇ ਆਧਾਰ 'ਤੇ ਕਰ ਰਹੇ ਨੇ, ਤੇ ਦੂਜੇ ਪਾਸੇ ਦੇਸ਼ ਦਾ ਪ੍ਰਧਾਨ ਮੰਤਰੀ ਬਿਆਨ ਵੀ ਦੇ ਰਿਹਾ ਕਿ MSP ਨਹੀਂ ਹਟੇਗੀ। ਮੇਰੇ ਕੋਲ ਕੁਝ ਕਾਗਜ਼ ਨੇ, ਸੁਨੀਲ ਜਾਖੜ ਨੇ ਵੀ ਇਸ ਬਾਰੇ ਕਿਹਾ ਕਿ MSP ਸਰਕਾਰ ਹਟਾ ਸਕਦੀ ਹੈ। ਪਰ ਸਭ ਤੋਂ ਵੱਡੀ ਗੱਲ ਹੈ ਕਿ ਪਿਛਲੇ ਸਾਲ 1,28 ਮੀਟ੍ਰਿਕ ਟਨ ਇਹਨਾਂ ਨੇ ਅਨਾਜ ਖਰੀਦਿਆ, ਤੇ MSP ਕੇਵਲ 2 ਚੀਜ਼ਾਂ 'ਚ ਨਹੀਂ ਹੈ, 14 ਚੀਜ਼ਾਂ 'ਚ ਹੈ, ਦਾਲ ਤਿਲਹਨ 'ਚ ਵੀ ਹੈਗਾ। MSP ਪਿਛਲੇ 6 ਸਾਲ ਦੀ ਗੱਲ ਕਰੀਏ, ਮੋਦੀ ਸਰਕਾਰ ਦੀ ਗੱਲ ਕਰੀਏ ਤਾਂ ਲਗਾਤਾਰ MSP ਵਧਿਆ। ਤੇ ਸਭ ਤੋਂ ਵੱਡੀ ਗੱਲ ਹੈ ਕਿ ਮੰਡੀ ਦੇ ਵਿੱਚ ਜਦੋਂ ਕਿਸਾਨ ਜਾਂਦਾ ਸੀ, ਉਹਨੂੰ 8.5% ਉਹਨੂੰ ਇੱਕ ਟੈਕਸ ਦੇਣਾ ਪੈਂਦਾ ਸੀ, ਉਹ ਟੈਕਸ ਵੀ ਬਚ ਰਿਹਾ। 8.5% ਬਹੁਤ ਟੈਕਸ ਹੁੰਦਾ, ਉਹ ਵੱਖ ਕਿਉਂਕਿ ਉਹਦੇ ਵਿੱਚ ਮੰਡੀ ਬੋਰਡ ਵੀ ਜਾਂਦਾ ਸੀ, ਆੜ੍ਹਤੀ ਨੂੰ ਵੀ 2.5% ਜਾਂਦਾ ਸੀ। 28,000 ਰਜਿਸਟਰਡ ਜਿਹੜੇ ਇੱਥੇ ਕਮਿਸ਼ਨ ਏਜੰਟ ਜਿਹਨੂੰ ਆਪਾਂ ਦਲਾਲ ਕਹਿੰਦੇ ਆ ਭਾਸ਼ਾ 'ਚ, ਪੰਜਾਬੀ ਭਾਸ਼ਾ 'ਚ, ਉਹਨਾਂ ਦਾ ਜਿਹੜਾ ਰੋਜ਼ਗਾਰ ਬੰਦ ਹੋ ਗਿਆ। ਮੈਂ ਸਮਝਦਾ ਕਿਤੇ ਨਾ ਕਿਤੇ ਕਿਸਾਨਾਂ ਨੂੰ ਭੜਕਾਉਣ 'ਚ ਜਾਂ ਕਿਸਾਨਾਂ ਨੂੰ ਨਾ ਸਮਝੀ ਦਾ ਫਾਇਦਾ ਇੱਥੋਂ ਦੀ ਸਰਕਾਰਾਂ, ਕਿਉਂਕਿ ਕੇਂਦਰ ਸਰਕਾਰ ਦੇ ਇਸ ਰੂਲ ਤੋਂ ਬਾਅਦ ਰਾਜ ਸਰਕਾਰ ਜਿਹੜਾ ਮੰਡੀ ਬੋਰਡ ਹੈ, ਜਿਹੜਾ ਕਰੋੜਾਂ ਰੁਪਏ ਮੰਡੀ ਬੋਰਡ 'ਚ ਘਪਲੇ ਹੁੰਦੇ ਵੀ ਕਈ ਵਾਰੀ ਖੁਲਾਸੇ ਹੋਏ ਨੇ, ਉਹ ਜਿਹੜਾ ਪੈਸਾ, ਉਹ ਰੈਵਨਿਊ ਹੈ, ਉਹ ਸਰਕਾਰਾਂ ਦੇ ਖਜ਼ਾਨੇ 'ਚ ਨਹੀਂ ਜਮ੍ਹਾਂ ਹੋਣਗੇ। ਉਹ ਸਾਰਾ ਜਿਹੜਾ ਫਾਇਦਾ ਹੈ ਉਹ ਕਿਸਾਨਾਂ ਨੂੰ ਮਿਲੇਗਾ। ਸਭ ਤੋਂ ਵੱਡੀ ਗੱਲ ਹੈ ਕਿ ਕਿਸਾਨਾਂ ਦਾ ਜਿਹੜਾ ਰੱਖਿਆ ਕਵਚ ਹੈ, ਇਹ ਬਣਾਇਆ ਗਿਆ ਰੱਖਿਆ ਕਵਚ। ਕ੍ਰਿਸ਼ੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸਾਫ਼ ਕਹਿ ਦਿੱਤਾ, ਉਹਨੇ ਕਹਿ ਦਿੱਤਾ ਕਿ ਰਾਜ ਸਰਕਾਰ ਦੇ ਬਾਹਰ ਕਿੱਥੇ ਵੀ ਵੇਚ ਸਕਦੇ ਨੇ। ਜਿਹੜਾ ਟੈਕਸ ਹੈ, ਜਿਹੜਾ 1.5% ਤੋਂ ਜ਼ਿਆਦਾ ਟੈਕਸ ਰਾਜ ਸਰਕਾਰ ਦੇ ਖਜ਼ਾਨੇ 'ਚ ਜਾਂਦਾ ਸੀ, ਉਹ ਨਹੀਂ ਹੁਣ ਜਾਏਗਾ। ਤੇ ਟੈਕਸ ਨੂੰ ਆਜ਼ਾਦ ਕੀਤਾ ਕਿਸਾਨ ਨੂੰ ਇੱਕ ਆਜ਼ਾਦੀ ਦਿੱਤੀ ਹੈ ਕਿ ਪੂਰੇ ਦੇਸ਼ 'ਚ ਕਿੱਥੇ ਵੀ ਖਰੀਦ ਸਕਦੇ। ਗੱਲ ਹੈਗੀ ਹੈ ਕਿ ਛੋਟੇ ਕਿਸਾਨ ਕੀ ਕਰਨਗੇ? ਤਾਂ ਛੋਟੇ ਕਿਸਾਨ ਪਹਿਲਾਂ ਕੀ ਕਰਦਾ ਸੀ, 1 ਟਰਾਲੀ 2 ਟਰਾਲੀ ਉਹ ਜਾ ਕੇ ਮੰਡੀ ਵੇਚ ਦਿੰਦਾ ਸੀ। ਹੁਣ ਤੇ ਆਨਲਾਈਨ ਟ੍ਰੇਡ ਹੈ, ਆਨਲਾਈਨ ਟ੍ਰੇਡ ਕਿਸਾਨ ਕਿੱਥੇ ਵੀ ਵੇਚ ਸਕਦਾ। ਤਾਂ ਮੈਂ ਸੰਦੀਪ ਜੀ ਦੇ ਇਸ ਗੱਲ ਤੋਂ ਵਾਕਿਫ ਮੈਂ ਇਤਫਾਕ ਨਹੀਂ ਰੱਖਦਾ। ਸਭ ਤੋਂ ਵੱਡੀ ਗੱਲ ਹੈ ਕਿਸਾਨ ਆਪਣੀ ਫਸਲ ਕਿੱਥੇ ਵੀ ਵੇਚ ਸਕਦਾ। 72 ਘੰਟੇ ਦੇ ਅੰਦਰ ਭੁਗਤਾਨ ਹੋਣਾ ਹੈ, ਤੇ ਅਗਰ 30 ਦਿਨਾਂ ਦੇ ਅੰਦਰ ਉਹਨਾਂ ਦਾ ਨਿਪਟਾਰਾ ਹੋਣਾ ਹੈ। ਕਿਸਾਨ ਨੂੰ ਆਜ਼ਾਦ ਕੀਤਾ ਗਿਆ। ਤੇ ਸਭ ਤੋਂ ਵੱਡੀ ਗੱਲ ਹੈ ਕਿ ਫਸਲ ਦਾ ਬੀਮਾ ਹੋਵੇ ਜਾਂ
ਪਾਰਦਰਸ਼ੀ ਕੰਮ ਸਾਰਾ ਕੀਤਾ ਗਿਆ। ਤੇ ਕਿਸਾਨਾਂ ਨੂੰ ਲੈ ਕੇ ਜਿਹੜਾ ਇਹ ਅੰਦੋਲਨ ਹੈ, ਮੈਂ ਸਮਝਦਾ ਕਿਤੇ ਨਾ ਕਿਤੇ ਸਿਆਸਤ ਹੈ। ਬਾਕੀ ਰਾਜ ਵਿੱਚ ਹੋਰ ਕਿਸਾਨਾਂ ਦਾ ਅੰਦੋਲਨ ਨਹੀਂ ਹੋ ਰਿਹਾ, ਪੰਜਾਬ 'ਚ ਆ, ਹਰਿਆਣਾ 'ਚ, ਕੁਝ ਹੋਰ ਸਟੇਟਾਂ 'ਚ ਆ। ਮੈਂ ਸਮਝਦਾ ਕਿਤੇ ਨਾ ਕਿਤੇ 2022 ਦੀ ਜ਼ਮੀਨ ਤਿਆਰ ਕਰ ਰਹੇ ਨੇ। ਤੇ ਹਰਸਿਮਰਤ ਕੌਰ ਬਾਦਲ ਨੇ ਜਿਹੜਾ ਅਸਤੀਫਾ ਦਿੱਤਾ ਹੈ, ਉਹ ਵੀ 2022 ਜ਼ਮੀਨ ਕੇਵਲ ਕਿਸਾਨਾਂ ਦੇ ਮੋਢੇ 'ਚ ਬੰਦੂਕ ਰੱਖ ਕੇ ਉਹਨਾਂ ਨੇ ਇੱਕ ਸ਼ਸਤਰ ਸੁੱਟਿਆ। ਤੇ ਹੋ ਸਕਦਾ ਹੈ ਕਿ ਇਹਦਾ ਆਉਣ ਵਾਲੇ ਟਾਈਮ 'ਚ 2022 'ਚ ਬਹੁਤ ਵੱਡਾ ਇਫੈਕਟ ਪਵੇ। ਸ਼ੁਕਲਾ ਜੀ ਨੇ ਕਿਹਾ ਕਿ ਇਹ ਕਿਸਾਨ ਦਾ ਜਿਹੜਾ ਹੈਗਾ ਪੰਜਾਬ ਹਰਿਆਣਾ ਦਾ ਹੀ ਕਿਸਾਨ ਅੱਗੇ ਵੱਧ ਰਿਹਾ ਹੈ ਤੇ ਪੰਜਾਬ ਹਰਿਆਣਾ ਦੇ ਕਿਸਾਨ ਦੀ ਹੀ ਸਭ ਤੋਂ ਜ਼ਿਆਦਾ ਉਪਜ ਹੁੰਦੀ ਹੈ ਦੇਸ਼ ਦੇ ਵਿੱਚ। ਕਿਤੇ ਨਾ ਕਿਤੇ ਪੰਜਾਬ ਦੇ ਕਿਸਾਨ ਸਭ ਤੋਂ ਜ਼ਿਆਦਾ ਹਿੰਦੁਸਤਾਨ ਦੀ ਰੋਟੀ ਦੇ ਵਿੱਚ ਹਿੱਸਾ ਪਾਉਂਦੇ ਹਨ, ਸਭ ਤੋਂ ਜ਼ਿਆਦਾ ਫਸਲ ਦਿੰਦੇ ਹਨ। ਤੇ ਦੂਸਰਾ, ਪੰਜਾਬ ਦਾ ਕਿਸਾਨ ਕਿਤੇ ਨਾ ਕਿਤੇ ਆੜ੍ਹਤੀਆਂ ਦੇ ਨਾਲ ਸੰਪਰਕ 'ਚ ਰਹਿੰਦਾ। ਕਿਤੇ ਵੀ ਕਿਸਾਨ ਨੂੰ ਆਪਦਾ ਪੈਂਦੀ ਹੈ, ਐਮਰਜੈਂਸੀ ਪੈਸੇ ਦੀ ਲੋੜ ਪੈਂਦੀ ਹੈ ਤੇ ਆੜ੍ਹਤੀ ਉਹਨਾਂ ਦੇ ਘਰ 'ਚ ਜਾ ਕੇ ਕੈਸ਼ ਰਕਮ ਦੇ ਕੇ ਆਉਂਦਾ। ਕਿਤੇ ਨਾ ਕਿਤੇ ਉਹਨਾਂ ਦੀ ਮਿਊਚੁਅਲ ਅੰਡਰਸਟੈਂਡਿੰਗ ਕਰਕੇ ਆੜ੍ਹਤੀ ਜਿਹੜਾ ਕਿਸਾਨਾਂ ਦੇ ਨਾਲ ਜੁੜਿਆ। ਕਿ ਇਹ ਵੀ ਕਾਰਨ ਹੋ ਸਕਦਾ ਕਿ ਆੜ੍ਹਤੀ ਉਹਨਾਂ ਨੂੰ MSP ਦੇ ਆੜ੍ਹਤੀ ਉਹਨਾਂ ਨੂੰ ਆਰਡੀਨੈਂਸ ਦੇ ਵਿਰੋਧ 'ਚ ਲਿਜਾ ਰਹੇ ਆ। ਮੈਂ ਕੈਲਾਸ਼ ਜੀ ਤੁਹਾਨੂੰ ਸਫਰ ਸਰ ਦੇ ਗੱਲਾਂ ਦਾ ਇੱਕ ਦੋ ਜਵਾਬ ਦੇਣਾ ਚਾਹੁੰਦਾ। ਸਭ ਨਾਲ ਪਹਿਲਾਂ ਸਰ ਕਹਿ ਰਹੇ ਨੇ ਵੀ ਇਹ ਜਿਹੜੀ ਇਹ ਪਾਰਟੀ ਵਿਰੋਧਤਾ ਹੋ ਰਹੀ ਹੈ। ਜੇ ਪਾਰਟੀ ਵਿਰੋਧਤਾ ਹੁੰਦੀ ਹੋਵੇ ਤੇ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਫਿਰ ਉੱਥੇ ਕਿਸਾਨ ਕਿਉਂ ਸੜਕਾਂ ਤੇ ਆ ਗਏ? ਸਭ ਨਾਲ ਸਟਰੋਂਗ ਲੈਵਲ ਤੇ ਉਹਨਾਂ ਨੇ ਉੱਥੇ ਆਪਣਾ ਗਠਬੰਧਨ ਕਰਕੇ ਸਰਕਾਰ ਬਣਾਈ ਹੋਵੇ। ਕਿਸਾਨਾਂ ਦੀ ਸਰਕਾਰ ਉੱਥੇ ਮੰਨੀ ਜਾਂਦੀ ਹੈ ਹਰਿਆਣੇ ਦੇ ਵਿੱਚ। ਉੱਥੋਂ ਦਾ ਕਿਸਾਨ ਵੀ ਪਰੇਸ਼ਾਨ ਹੈ ਤੇ ਹੋਰ ਜ਼ਿਲ੍ਹਿਆਂ ਦੇ ਜਿਹੜੇ ਰਾਜਾਂ ਦੇ ਕਿਸਾਨ ਉਹ ਪਰੇਸ਼ਾਨ ਨੇ। ਇਹ ਗੱਲ ਨੂੰ ਮੰਨਣਾ ਪੈਣਾ ਹੈ। ਇੱਥੇ ਕਾਂਗਰਸ ਸਰਕਾਰ ਹੈ ਪੰਜਾਬ ਦੇ ਵਿੱਚ, ਮੰਨ ਲਿਆ ਵੀ ਉਹ ਵਿਰੋਧਤਾ ਕਰ ਰਹੇ ਨੇ, ਠੀਕ ਹੈ, ਪਰ ਜਾ ਕੇ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਨਾਲ ਚੱਲਣ ਵਾਲੀ ਜਥੇਬੰਦੀ, ਕਿਸਾਨ ਜਥੇਬੰਦੀ, ਉਹ ਵੀ ਸ਼੍ਰੋਮਣੀ ਕਮੇਟੀ ਦੇ ਖਿਲਾਫ ਹੋ ਕੇ ਟਰੈਕਟਰ ਧਰਨੇ ਲਾ ਚੁੱਕੀ ਹੈ। ਇਹ ਇੱਕ ਕਿਸਾਨ ਦਾ ਮੁੱਦਾ ਹੈ, ਇਹਨੂੰ ਰਾਜਨੀਤਿਕ ਲੈਵਲ ਤੇ ਸਮਝਣ ਦੀ ਲੋੜ ਨਹੀਂ, ਇਹਨੂੰ ਭੂਗੋਲਿਕ ਲੈਵਲ ਤੇ ਜਾਣ ਦੀ ਲੋੜ ਹੈ। ਇਹ ਮੁੱਦਾ ਜਿਸ ਤਰ੍ਹਾਂ ਸਫਰ ਜੀ ਦੱਸ ਰਹੇ ਇੱਦਾਂ ਦਾ ਮੁੱਦਾ ਨਹੀਂ ਹੈ। ਜਿਹੜੀਆਂ ਕਾਗਜ਼ੀ ਪੱਤਰੀ ਗੱਲਾਂ ਜੀ, ਇਹ ਆ ਗਿਆ ਐਕਟ, ਆ ਗਿਆ ਐਕਟ ਆਊਗਾ ਤੇ ਆਹ ਹੋ ਜਾਊਗਾ, ਉਹ ਐਕਟ ਆਊਗਾ ਤੇ ਆਹ ਹੋ ਜਾਊਗਾ, ਇਹਨਾਂ ਨੂੰ ਐਕਟਾਂ ਦੀ ਲੋੜ ਨਹੀਂ ਹੈ। ਸਿੱਧੇ ਸਾਦੇ ਪਿੰਡਾਂ ਦੇ ਜੱਟ ਨੇ, ਸਿੱਧੇ ਤਰੀਕੇ ਇਹਨਾਂ ਨੂੰ ਆਉਂਦੇ ਨੇ, ਸਿੱਧੇ ਤਰੀਕੇ ਨਾਲ ਗੱਲ ਸਮਝਦੇ ਨੇ। ਇਹਨਾਂ ਨੂੰ ਸਮਝਾਓ। ਇੱਕ ਇਹਨਾਂ ਨੇ ਹੋਰ ਗੱਲ ਦੱਸੀ ਹੈ, ਇੱਕ ਗੱਲ ਮੈਂ, ਵੱਡਾ ਕਾਰਨ ਹੈ ਕਿਸਾਨ ਨੂੰ ਹਜੇ ਆਰਡੀਨੈਂਸ ਬਾਰੇ ਪੂਰੀ ਤਰ੍ਹਾਂ ਰੂਬਰੂ ਵੀ ਨਹੀਂ ਕਰਵਾਇਆ ਸਰਕਾਰਾਂ ਨੇ। ਮੈਂ ਮੰਨ ਲਿਆ ਵੀ ਰੂਬਰੂ ਕਰਾਤਾ, ਸਫਰ ਸਰ ਨੇ ਦੱਸਤੀ ਵੀ ਇਹ ਤੁਸੀਂ ਕੰਟਰੈਕਟ ਕਰ ਸਕਦੇ ਹੋ। ਉਹ ਕੰਟਰੈਕਟ ਕਿਹਦੇ ਨਾਲ ਹੋਣਾ ਮੈਂ ਪਹਿਲਾਂ ਦੱਸ ਦੇਵਾਂ। ਜਦੋਂ ਵੱਡੀਆਂ ਏਜੰਸੀਆਂ ਨੇ ਆ ਕੇ ਤੁਹਾਡੇ ਇੱਕ ਪਿੰਡ ਦਾ ਕੰਟਰੈਕਟ ਕਰ ਲਿਆ ਤੁਹਾਡੇ ਨਾਲ, ਠੀਕ ਹੈ, ਉਸ ਕੰਟਰੈਕਟ ਦੇ ਵਿੱਚ ਦੋ ਪਾਰਟ ਨੇ। ਇੱਕ ਪਾਰਟ ਹੈ ਵੀ ਉਹ ਕੰਟਰੈਕਟ ਤੋੜ ਸਿਰਫ ਉਹ ਵੱਡਾ ਜ਼ਿਮੀਂਦਾਰ, ਵੱਡਾ ਹੀ ਕੰਪਨੀ ਵਾਲਾ ਸਕਦਾ, ਕਿਸਾਨ ਆਪਣਾ ਕੰਟਰੈਕਟ ਨਹੀਂ ਤੋੜ ਸਕਦਾ, ਠੀਕ ਹੈ। ਇਹਦੇ ਵਿੱਚ ਸਭ ਨਾਲ ਡਿਸਐਡਵਾਂਟੇਜ ਇਹਦੀ ਇੱਕ ਐਗਜ਼ਾਮਪਲ ਦੇ ਦਿੰਦਾ ਵੀ ਇੱਕ ਪੈਟਰੋਲ ਪੰਪ ਵੱਡੀ ਕੰਪਨੀ ਨੇ ਲਾਏ ਸੀ ਇੱਥੇ ਕੰਟਰੈਕਟ ਬੇਸ 'ਤੇ। ਜੱਟਾਂ ਕੋਲ ਜ਼ਮੀਨਾਂ ਲੱਗ ਲਈਆਂ 100 ਸਾਲ ਦੇ ਲੀਜ਼ ਦੇ ਉੱਤੇ, ਪੈਟਰੋਲ ਪੰਪ ਬੰਦ ਨੇ। ਕਿਸਾਨ ਕਹਿੰਦੇ ਵੀ ਆਪਣੀ ਮਸ਼ੀਨਾਂ ਚੁੱਕ ਕੇ ਲੈ ਜਾਓ, ਅਸੀਂ ਕਿਤੇ ਵਾਈ ਵੀ ਕਰ ਲਈਏ ਜੀ। ਉਹ ਕਹਿੰਦੇ ਨਾ ਜੀ ਨਾ, 100 ਸਾਲ ਦਾ ਕੰਟਰੈਕਟ ਹੋਇਆ, ਅਸੀਂ ਤੋੜਾਂਗੇ ਕੰਟਰੈਕਟ, ਤੁਸੀਂ ਨਹੀਂ ਤੋੜ ਸਕਦੇ। ਤੁਸੀਂ ਪੈਟਰੋਲ ਜੇ ਲੈਣਾ ਤੇ ਮਹਿੰਗੇ ਸਸਤੇ ਭਾਅ ਲਈ ਜਾਓ ਤੇ ਵੇਚੀ ਜਾਓ। ਇੱਦਾਂ ਦੇ ਹਾਲਾਤ ਹੋਣ ਵਾਲੇ ਨੇ। ਦੇਖੋ ਸਰਮਾਇਆਦਾਰ ਦੇ ਵਿਚਕਾਰ ਦੀ ਇੱਕ ਲੋਬੀ ਜਿਹੜੀ ਨਾ ਉਹ ਖ਼ਤਮ ਕਰਨ ਦੀ ਤਿਆਰੀ ਹੋ ਰਹੀ ਹੈ। ਵੱਡੀਆਂ ਕੰਪਨੀਆਂ ਨੂੰ ਪ੍ਰਾਈਵੇਟੇਸ਼ਨ ਦੇ ਰੂਪ ਦੇ ਵਿੱਚ ਜਿਹੜੇ ਕਿਸਾਨਾਂ ਦੇ ਉੱਤੇ ਕਬਜ਼ਾ, ਜ਼ਮੀਨਾਂ ਦੇ ਉੱਪਰ, ਸਭ ਨਾਲ ਵੱਡੀ ਗੱਲ, ਸਭ ਨਾਲ ਵੱਧ GDP ਜਿਹੜੀ ਇਸ ਟਾਈਮ ਹੈ ਉਹ ਕਿਸਾਨੀ ਦੀ ਹੈ। ਸਾਰੇ ਜਿੰਨੇ ਸੈਕਟਰ ਇਹ ਬਿਨਾਂ ਗਰੋਥ ਤੋਂ ਚੱਲ ਰਹੇ ਨੇ, ਨੈਗੇਟਿਵ ਗਰੋਥਾਂ ਆ ਗਈਆਂ। ਇਹੋ ਜਿਹੇ ਸੈਕਟਰ ਵੀ ਹੈਗੇ ਨੇ, ਪਰ ਇੱਕ ਖੇਤੀ ਇੱਕ ਐਸਾ ਹੈ ਜਿਹੜਾ ਮੁੱਢਲੀ ਜਿਹੜੀ ਇਹ ਲੋਕਾਂ ਦੀ ਬੇਸਿਕ ਨੀਡ ਨੇ। ਪੰਜਾਬ ਦੇ ਵਿੱਚ ਇਸ ਲਈ ਹੋ ਰਿਹਾ ਵੀ ਕਣਕ ਝੋਨਾ ਜਿਹੜਾ ਇੱਥੇ ਜ਼ਿਆਦਾ, ਹਰਿਆਣੇ 'ਚ ਵੀ ਇਸ ਲਈ ਹੋ ਰਿਹਾ, ਬਾਕੀ ਰਾਜਾਂ 'ਚ ਉਸ ਲੈਵਲ ਦਾ ਨਹੀਂ ਹੈ। ਯੂਪੀ ਸ਼ਾਂਤ ਕੁਛ ਬੈਠਾ ਹੋਇਆ, ਪਰ ਵਿਰੋਧਤਾ ਉੱਥੇ ਵੀ ਇਹ ਗੱਲਾਂ ਨੂੰ ਸਮਝਣ ਦੀ ਲੋੜ ਹੈ। ਕਿਸਾਨ ਅੱਜ ਵੀ ਜਾਂਦਾ ਹੈ ਤੇ ਕੱਲ੍ਹ ਵੀ ਜਾਂਦਾ। ਜੇ ਆ ਆਰਡੀਨੈਂਸ ਦੇ ਆਉਂਦਾ, ਇਹਦੀ ਵਿਰੋਧਤਾ ਜਿਹੜੀ ਇਹ ਕਰਨੀ ਪੈਣੀ ਕਿਸਾਨਾਂ ਨੂੰ। ਲੱਗੇ ਪਏ ਵਿਰੋਧਤਾ ਕਰਨ, ਇਹ ਲਗਾਤਾਰ ਕਰਨਗੇ, ਇਹ ਮੈਨੂੰ ਪਤਾ ਹੈ। ਪਰ ਰਿਜ਼ਲਟ ਕੁਛ ਨਿਕਲੇ ਨਾ ਨਿਕਲੇ, ਹਰਸਿਮਰਤ ਕੌਰ ਨੇ ਬਾਦਲ ਨੇ ਦੇ ਦਿੱਤਾ ਅਸਤੀਫਾ, ਉਹ ਦੇ ਦਿੱਤਾ, ਇਹ ਬਹੁਤ ਲੇਟ ਚੱਲ ਰਹੇ ਨੇ। ਇਹ ਸਿਆਸੀ ਮੁੱਦੇ ਹੋ ਸਕਦੇ ਨੇ, ਸਿਆਸਤ ਦੇ ਤੌਰ 'ਤੇ ਸਮਝਾਇਆ ਗਿਆ ਹੈ। ਦੇਖੋ ਸਿਆਸਤਦਾਨ ਨੇ ਸਿਆਸਤ ਹੀ ਕਰਨੀ ਹੈ, ਉਹਨੂੰ ਕੋਈ ਵੀ ਮੁੱਦਾ ਮੁੱਲ ਗਿਆ ਉਹਨੇ, ਪਰ ਅਕਲ ਦੇ ਵਿੱਚ ਇੱਕ ਕਿਸਾਨ ਦੀ ਆਮ ਦੀ ਸਥਿਤੀ ਸਮਝਣ ਦੀ ਲੋੜ ਹੈ। ਜਿੰਨੇ ਵੱਡੇ ਚੈਨਲ ਨੇ ਜਿਨ੍ਹਾਂ 'ਤੇ ਤੁਸੀਂ ਖਬਰਾਂ ਵੇਖਦੇ, ਦਿਸ ਇਜ਼ ਏ PRO ਆਫ ਭਾਰਤ ਸਰਕਾਰ, PR ਆਫ ਅਦਰ। ਅਸੀਂ PRO ਨਹੀਂ ਬੰਦੇ, ਅਸੀਂ ਉਸ ਕਿਸਾਨ ਦੀ ਗੱਲ ਕਰਦੇ ਹਾਂ ਵੀ ਕਿਸਾਨ ਨੂੰ ਜਾਂ ਤਾਂ ਸਮਝਾ ਲਓ ਜਾਂ ਉਹਨਾਂ ਦੇ ਖਾਨੇ 'ਚ ਗੱਲ ਪਾ ਲਓ
ਤੇ ਜਾਂ ਉਹਨਾਂ ਦੀ ਵਿਰੋਧਤਾ ਚੱਲ ਲਓ, ਜਿਹੜੀ ਸਰਕਾਰ ਕਰੇਗੀ। ਜੇ ਤੁਸੀਂ ਕਹਿੰਦੇ ਵੀ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਉਹਨਾਂ ਦੀ ਹਤੈਸ਼ੀ ਏ, ਇਹ ਤੁਹਾਡੀ ਗਲਤ ਫਹਿਮੀ ਹੈ। ਮੈਂ ਸੰਦੀਪ ਜੀ ਤੁਹਾਡੀ ਗੱਲ ਨੂੰ ਮੈਂ ਡਿਨਾਈ ਕਰਦਾ। ਮੇਰੀ ਗੱਲ ਸੁਣ ਲਓ, ਕਿਸਾਨ ਵਿਰੋਧ ਕਿਉਂ ਕਰ ਰਿਹਾ? ਐਮਐਸਪੀ ਤੇ ਕਿੰਨੇ ਕਿਹਾ ਕਿ ਐਮਐਸਪੀ ਹਟੇਗੀ? ਕਿਸੇ ਨੇ ਕਿਹਾ, ਕਿਸੇ ਦਾ ਕਿੰਨੇ ਕਿਹਾ? ਦੱਸੋ ਕਿੰਨੇ ਕਿਹਾ? ਦੇਖੋ ਜੀ, ਪੁਰਾਣੇ ਰਿਕਾਰਡ ਚੱਕ ਕੇ ਦੇਖ ਲਓ। ਨਹੀਂ ਮੈਂ ਦੱਸ ਰਿਹਾ, ਹੁਣ ਦੀ ਗੱਲ ਕਰੋ ਤੁਸੀਂ, ਹੁਣ ਦੀ ਗੱਲ ਕਰੋ। ਜਿਹੜਾ 3 ਐਕਟ ਪਾਸ ਹੋਇਆ, ਗੜਕੜੀ ਸਾਹਿਬ ਇਹਨਾਂ ਦੇ ਮੰਤਰੀ ਨੇ ਨਹੀਂ ਬਿਨਾ ਵਜ੍ਹਾ ਤੋਂ ਬੋਲ ਪਏ ਨੇ। ਕੋਈ ਵਜ੍ਹਾ ਨਹੀਂ ਸੀ ਉਹਨਾਂ ਦੀ ਬੋਲਣ ਦੀ। ਗੜਕੜੀ ਨਾ ਤਾਂ ਕ੍ਰਿਸ਼ੀ ਮੰਤਰੀ ਹੈ ਨਾ ਪ੍ਰਧਾਨ ਪਰ ਉਹਦਾ ਬੋਲਣਾ ਨਹੀਂ ਬਣਦਾ ਸੀ। ਮੇਰੀ ਗੱਲ ਨਹੀਂ ਮੰਨਦਾ ਨਾ। ਮੇਰੀ ਗੱਲ ਤੁਸੀਂ ਇੱਕ ਗੱਲ ਕਿ ਕਿਸਾਨ ਨੂੰ ਸਮਝਾ ਲਓ, ਐਮਐਸਪੀ ਨਹੀਂ ਹਟੇਗੀ, ਕਿਸਾਨ ਨੂੰ ਕੋਈ ਟੈਕਸ ਨਹੀਂ ਲੱਗੇਗਾ ਜਿੱਥੇ ਮਰਜ਼ੀ ਹੋ ਵਿੱਚ। ਤੁਹਾਨੂੰ ਕੀ ਲੱਗਦਾ ਕਿ ਪੂਰੇ ਪੰਜਾਬ ਵਿੱਚ ਛੋਟੇ ਕਿਸਾਨ ਨੇ, ਵੱਡੇ ਕਿਸਾਨ ਛੋਟੇ ਕਿਸਾਨਾਂ ਦੀ ਫਸਲਾਂ ਖਰੀਦਦੇ ਨੇ? ਤੁਹਾਨੂੰ ਪਤਾ ਹੈ 28,000 ਜਿਹੜਾ ਵਿੱਚ ਦਲਾਲ ਬੈਠੇ ਨੇ, ਇਹਨਾਂ ਦੀ ਦਲਾਲੀ ਮਰਦੀ ਪਈ ਆ। 8.5% ਜਿਹੜੇ ਸਰਕਾਰ ਨੂੰ ਪੈਸਾ ਜਾ ਰਿਹਾ ਮੰਡੀ ਬੋਰਡ ਨੂੰ, ਜਿਹੜੇ ਮੰਡੀ ਬੋਰਡ ਦੇ ਇੰਨੇ ਵੱਡੇ ਵੱਡੇ ਚੇਅਰਮੈਨ ਬਣਾਏ ਜਾਂਦੇ ਆ, ਤੁਹਾਨੂੰ ਪਤਾ ਕਿੰਨੇ ਘਪਲੇ ਹੁੰਦੇ ਰਹੇ। ਉਹਨਾਂ ਨੂੰ ਪੈਸਾ, ਰਾਜ ਸਰਕਾਰ ਨੂੰ ਪੈਸਾ ਨਹੀਂ ਜਾਏਗਾ, ਨੋ ਟੈਕਸ, ਕਿਸਾਨ ਆਜ਼ਾਦ ਰਹੇਗਾ, ਕਿੱਥੇ ਮਰਜ਼ੀ। ਤੁਸੀਂ ਆਨਲਾਈਨ ਕਰਦੇ ਹੋ, ਆਨਲਾਈਨ ਖਰੀਦਦਾਰੀ ਕਰਦੇ ਹੋ ਨਾ, ਤੁਸੀਂ ਕਿਸਾਨ ਹੋ, ਤੁਸੀਂ ਫਸਲ ਬੀਜਣ ਤੋਂ ਪਹਿਲਾਂ ਐਗਰੀਮੈਂਟ ਹੋ ਜਾਏਗਾ ਕਿ ਜੀ ਇਹ ਭਾਵੇਂ ਤੁਹਾਡੀ ਫਸਲ ਹੋਏਗੀ ਮੈਂ ਖਰੀਦਾਂਗਾ, ਰਾਈਟ ਸਰ, ਕੋਈ ਟੈਕਸ ਨਹੀਂ ਲੱਗੇਗਾ। ਮੈਂ ਬਿਲਕੁਲ ਕਲੀਅਰ ਕਰ ਨਹੀਂ ਮੈਂ ਕਹਿੰਦਾ ਐਮਐਸਪੀ ਨਹੀਂ ਹਟੇਗੀ। ਮੰਨ ਲਿਆ, ਮੈਂ ਵੀ ਗੱਲ ਸੀਐਮ ਕਹਿੰਦਾ ਮੈਂ ਕੋਰਟ ਜਾਵਾਂਗਾ, ਪ੍ਰਧਾਨ ਮੰਤਰੀ ਕਹਿੰਦਾ ਐਮਐਸਪੀ ਨਹੀਂ ਹਟੇਗੀ, ਤੇ ਆਪਾਂ ਇੱਕ ਆਮ ਜਨਤਾ ਆ। ਮੈਂ ਕਿਸੇ ਦਾ ਪ੍ਰਤੀਨਿਧੀ ਨਹੀਂ ਆ, ਮੈਂ ਕਿਸੇ ਦਾ ਪਿੱਠੂ ਨਹੀਂ ਆ, ਨਾ ਹੀ ਮੈਂ ਕਿਸੇ ਦਾ ਪੀਆਰ ਹਾਂ। ਮੈਂ ਤੇ ਗੱਲ ਕਰਦਾ ਫੈਕਟ ਦੀ। ਤੁਸੀਂ ਗੱਲ ਕਰੋ ਕਿਸਾਨ ਦੀ। ਅਗਰ ਮੈਂ ਕਿਸਾਨਾਂ ਦੀ, ਜਿਹੜੇ ਹੈਡ ਹਰਿਆਣਾ ਦੇ ਕਿਸਾਨ ਤੇ ਉਹਨਾਂ ਦੀ ਮੈਂ ਬਿਆਨ ਸੁਣੇ ਆ, ਉਹ ਵੀ ਇਹੀ ਕਹਿੰਦੇ ਕਿ ਸਾਨੂੰ ਸ਼ੱਕ ਹੈ ਜੀ ਐਮਐਸਪੀ ਹਟਾ ਦਿੱਤੀ ਜਾਏਗੀ। ਮੇਰੀ ਗੱਲ ਸੁਣ, ਸ਼ੱਕ ਦੇ ਆਧਾਰ ਤੇ ਗੱਲ ਨਹੀਂ ਕਰਨੀ। ਸੁਣ ਲਈ ਗੱਲ, ਮੈਂ ਕਲੀਅਰ ਕਰਨ ਲੱਗਾ, ਐਮਐਸਪੀ ਨਹੀਂ ਹਟੇਗੀ। ਸੁਣ ਲਓ ਗੱਲ, ਨਹੀਂ ਹਟੇਗੀ। ਨਹੀਂ ਮੇਰੀ ਗੱਲ ਸੁਣੋ, ਇੱਕ ਕਿਸਾਨ ਨੂੰ ਕੋਈ ਟੈਕਸ ਨਾ ਲੱਗੇ, ਅਗਰ ਉਹ ਮੰਨ ਲਓ ਤੁਸੀਂ 10 ਟਰਾਲੀਆਂ ਜਾਂ 10 ਟਰੱਕ ਇੱਥੇ ਇਕੱਠੇ ਕਰਕੇ ਮਹਾਰਾਸ਼ਟਰ ਵਿੱਚ ਮੰਨ ਲਓ ਤੁਸੀਂ ਜਾ ਕੇ ਵੇਚਦੇ ਹੋ, ਮੰਨ ਲਓ ਪਹਿਲੀ ਗੱਲ ਇੰਨਾ ਕੋਈ ਡਿਫਰੈਂਸ ਨਹੀਂ ਹੁੰਦਾ ਕਿ ਇੱਥੇ 2000 ਦਾ ਰੇਟ ਹੋਵੇ ਤੇ ਮਹਾਰਾਸ਼ਟਰ 10,000 ਹੋਵੇ, ਇੰਨਾ ਕਿਉਂਕਿ ਐਮਐਸਪੀ ਆ। ਐਮਐਸਪੀ ਤੋਂ ਦੂਜੀ ਗੱਲ ਤੁਸੀਂ ਮੰਨਦੇ ਹੋ ਕਿ ਜਿਹੜੇ ਵਿੱਚ 28,000 ਬੰਦੇ ਆ ਜਿਹੜੇ ਕਮਿਸ਼ਨ ਏਜੰਟ, ਉਹ ਕਿਸਾਨਾਂ ਨੂੰ ਕਰਜ਼ਾ ਦੇ ਕੇ ਆਪਣੇ ਦਾਬ ਥੱਲੇ ਰੱਖਿਆ, ਮਨਮਾਨੀ ਪੈਸੇ ਨਾਲ ਉਹ ਕਰਦੇ ਰਹੇ ਤੇ ਉਸ ਤੋਂ ਬਾਅਦ ਕਾਲਾ ਬਾਜ਼ਾਰੀ ਕਰਦੇ ਸੀ। ਹੁਣ ਇੱਕ ਐਕਟ ਆਇਆ ਕਿ ਆਪਦਾ ਤੋਂ ਇਲਾਵਾ ਕੋਈ ਵੀ ਜਿਹੜਾ ਮਰਜ਼ੀ ਬੰਦਾ ਹੋਵੇ XYZ, ਉਹ ਕਾਲਾ ਬਾਜ਼ਾਰੀ ਨਹੀਂ ਕਰ ਸਕਦਾ, ਕਿਸੇ ਵੀ ਚੀਜ਼ ਦੇ ਉਹ ਭੰਡਾਰਨ ਨਹੀਂ ਕਰ ਸਕਦਾ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਕਾਲਾ ਬਾਜ਼ਾਰੀ ਨੂੰ ਰੋਕਣ ਵਾਸਤੇ ਇਹ ਐਕਟ ਲਾਇਆ ਗਿਆ। 5-6 ਚੀਜ਼ਾਂ ਸਮਝ ਗਿਆ। ਐਮਐਸਪੀ ਨਹੀਂ ਟੁੱਟੇਗੀ, ਆ ਵੀ ਨਹੀਂ ਹੋਏਗਾ। ਨਹੀਂ ਮੈਂ ਨਹੀਂ ਕਹਿੰਦਾ, ਮੈਂ ਤੁਹਾਡੀ ਮੰਨ ਲਈ, ਮੈਂ ਮੰਨ ਬਿਆਨ ਦੇ ਆਧਾਰ ਦੀ ਗੱਲ ਕਰ ਰਹੇ ਹਾਂ। ਦੇਖੋ ਜੀ, ਮੈਂ ਇੱਕੋ ਗੱਲ ਕਹਿਣਾ ਵੀ ਜੇ ਇੱਥੇ ਕੋਈ ਛੋਟੇ ਲੈਵਲ ਤੇ ਕਾਲਾ ਬਾਜ਼ਾਰੀ ਹੋ ਰਹੀ ਨਾ, ਸਿਰਫ ਪੁਆਇੰਟ ਛੋਟੇ ਲੈਵਲ ਨੇ, ਮੰਨ ਲਿਆ ਕਾਲਾ ਬਾਜ਼ਾਰੀ ਹਮੇਸ਼ਾ ਵੱਡੇ ਲੈਵਲ ਤੇ ਹੁੰਦੀ ਹੈ, ਵੱਡੇ ਲੈਵਲ ਤੇ ਹੋ ਰਹੀ ਹੈ। ਇਹਦਾ ਮਤਲਬ ਆ ਵੀ ਜੇ ਕਾਲਾ ਬਾਜ਼ਾਰੀ ਹੋ ਕੇ ਉਹਦਾ ਪੈਸਾ ਸਾਡੇ ਪੰਜਾਬ 'ਚ ਰਹਿੰਦਾ ਸੀ, ਹੁਣ ਉਹ ਵੱਡੇ ਜਿਹੜੇ ਵਪਾਰੀ ਏ ਉਹ ਪੈਸਾ ਲੁੱਟ ਕੇ ਵੱਡੇ ਪਾਸੇ ਖੜਿਆ ਕਰਨਗੇ। ਮੈਂ ਤੇ ਇੱਕੋ ਹੀ ਗੱਲ ਕਲੀਅਰ ਕਰਨਾ ਚਾਹੁੰਦਾ, ਮੇਰੀ ਹੁਣ ਗੱਲ 'ਚ ਤੁਸੀਂ ਨਹੀਂ ਬੋਲਣਾ, ਕਰਨ ਦੀ ਗੱਲ ਹੈ ਮੇਰੀ ਗੱਲ ਹੁਣ ਕਲੀਅਰ, ਮੈਨੂੰ ਤੁਹਾਡੀ ਗੱਲਾਂ ਦਾ ਜਵਾਬ ਤੇ ਦੇਣ ਦਿਓ। ਫਿਰ ਜਦੋਂ ਨਾ ਦਵਾਂਗਾ ਫਿਰ ਗੱਲ ਕਿੱਦਾਂ ਕਲੀਅਰ ਹੋਏਗੀ? ਅੱਜ ਦੀ ਡੇਟ 'ਚ ਕਿ ਵੱਡੇ ਮਾਲ ਖੜੇ ਹੋ ਗਏ ਨੇ, ਉਹਦੇ ਨਾਲ 20 ਦੁਕਾਨਾਂ ਖਤਮ ਹੋ ਗਈਆਂ ਨੇ। ਮੈਂ ਕਹਿੰਦਾ ਵੀ ਮੈਂ ਬਿਲਕੁਲ ਇਹਦੇ ਖਿਲਾਫ ਹਾਂ। ਵੱਡੇ ਮਾਲ ਨਹੀਂ ਹੋਣੇ ਚਾਹੀਦੇ, ਆਨਲਾਈਨ ਮਾਰਕੀਟਿੰਗ ਨਹੀਂ ਹੋਣੀ ਚਾਹੀਦੀ ਹੈ। ਕਿਸੇ ਵਪਾਰੀ ਨੂੰ ਪੁੱਛ ਕੇ ਅੱਜ ਮੇਰੀ ਪਹਿਲਾਂ ਗੱਲ ਹੋਣੀ, ਮੇਰੀ ਗੱਲ ਵੱਡੇ ਮਾਲ ਦੇ ਖਿਲਾਫ ਕਿਸੇ ਨੇ ਬੋਲਿਆ, ਮੇਰੀ ਬੋਲੇ ਮੈਂ ਅੱਜ ਇੰਟਰਵਿਊ ਕਰਕੇ ਆਇਆ। ਵੱਡੇ ਮਾਲ ਦੇ ਖਿਲਾਫ ਕਿੰਨੇ ਬੋਲਿਆ? ਮੈਂ ਬੋਲਿਆ, ਮੈਂ ਰਾਜਨੀਤਿਕ ਪਾਰਟੀ ਕਿਹੜਾ ਬੋਲਿਆ ਯਾਰ? ਰਾਜਨੀਤਿਕ ਪਾਰਟੀ ਨੂੰ ਬੋਲਣ ਦੀ ਲੋੜ ਨਹੀਂ ਹੈ। ਜਿਹੜੇ ਆਪਣੇ ਫੀਲਡ ਦੇ ਜਿਹੜੇ ਬੰਦੇ ਹੁੰਦੇ ਨਾ, ਅੱਜ ਦੀ ਦੇਖੋ ਆਪਾਂ ਇੱਕ ਮੈਡੀਕਲ ਸਟੋਰਾਂ ਦੀ ਸਟੋਰੀ ਕਰਕੇ ਆਏ ਆ, ਆਪਣੇ ਚੈਨਲ ਤੇ ਚੱਲੇਗੀ। ਉਹ ਮੈਡੀਕਲ ਸਟੋਰ ਵਾਲੇ ਵਿਰੋਧ ਕਰ ਰਹੇ ਨੇ ਵੀ ਆਨਲਾਈਨ ਮਾਰਕੀਟਿੰਗ ਨਹੀਂ ਹੋਣੀ ਚਾਹੀਦੀ ਦਵਾਈਆਂ ਦੀ। ਅਸੀਂ ਇਹਨਾਂ ਨੂੰ ਪੁੱਛਿਆ ਵੀ ਕਿਉਂ ਨਹੀਂ ਹੋਣੀ ਚਾਹੀਦੀ? ਇਹਦੇ ਨਾਲ 25,000 ਮੈਡੀਕਲ ਸਟੋਰ ਜਿਹੜੇ ਗਰਾਊਂਡ ਲੈਵਲ ਤੇ ਉਹ ਖਤਮ ਹੋ ਰਹੇ। ਇੱਕ ਗੱਲ ਹੋਰ ਹੈ, ਦੇਖੋ ਆਨਲਾਈਨ ਮਾਰਕੀਟ ਹੋਏਗੀ ਰੇਟ ਦੇਖੋ, ਰੇਟ ਦੀ ਕੋਈ ਗੱਲ ਨਹੀਂ, ਰੇਟ 400 ਰੁਪਏ ਪੱਤਾ ਜੇ ਲਿਖਿਆ ਹੁੰਦਾ ਤੇ 40 ਰੁਪਏ ਦੀ ਆਹ ਸਰਕਾਰ ਨੇ ਕਿਉਂ ਨਹੀਂ ਲਾਇਆ? ਇਹਦਾ ਗਲਤੀ ਸਰਕਾਰ ਦੀ ਨਾ। 70 ਸਾਲ ਆਜ਼ਾਦੀ ਦੇ ਜਿੰਨੇ ਹੋ ਗਏ ਨੇ, ਉਹ ਦੇਖੋ ਉਹ ਵੀ ਚਿੱਠੀ, ਉਹ ਵੀ ਕੀ ਕਰਦੀਆਂ ਰਹੀਆਂ, ਉਹ ਵੀ ਇੱਕ ਚਿੱਠੀ ਮੇਰੇ ਕੋਲ ਪਈ ਉਹਨਾਂ ਦੀ, ਜੋ ਉਹਨਾਂ ਦੇ ਪ੍ਰਧਾਨ ਨੇ ਮੈਨੂੰ ਦਿੱਤੀ ਏ। ਇਹਨਾਂ ਨੇ ਲਿਖ ਕੇ ਦਿੱਤਾ ਵੀ ਸਾਰੀ ਦਵਾਈਆਂ ਤੇ 30% ਰੇਟ ਇੰਟਰਸਟ ਜਿਹੜਾ ਉਹ ਮੁਨਾਫਾ ਜਿਹੜਾ ਤੈਅ ਕਰੇ ਸਰਕਾਰ। ਇਹੋ ਆਪਾਂ ਦੇਖ ਕੇ ਆਏ ਆ। ਮੈਂ ਕਿਹਾ ਕਿਦੋਂ ਲਿਖੀ ਚਿੱਠੀ? ਕਹਿੰਦੇ ਕਿਸਾਨਾਂ ਦੀ ਗੱਲ ਕਰਦੇ ਆ। ਮੈਂ ਐਗਜ਼ਾਮਪਲ ਦੇ ਵਿਚੋਲੀਆ ਅਗਰ ਹਟਾ ਦਿੰਦੇ ਆ, ਹਾਂ ਛੋਟੇ ਚੋਰਾਂ ਤੋਂ ਯਾਦ ਕਰਾ ਕੇ ਵੱਡੇ ਚੋਰਾਂ ਦੇ ਪੱਲੇ ਪਾਉਣ ਦੀ ਸਰਕਾਰ ਤਿਆਰੀ ਹੈ। ਤੁਸੀਂ ਕਿਸਾਨ ਹੋ, ਮੈਂ ਕਿਸਾਨ ਦੀ ਪੱਖ ਇਸ ਲਈ ਲੈ ਰਿਹਾ। ਤੁਸੀਂ ਕਿਸਾਨ ਨੂੰ ਮੰਨ ਲਓ, ਮੈਂ ਕਿਸਾਨ ਵਿਚੋਲੀਆ ਹਟਾ ਕੇ ਸਿੱਧਾ ਤੁਹਾਨੂੰ ਕਹਿੰਦੇ ਭਾਜੀ ਆਨਲਾਈਨ ਜਿੱਥੇ ਤੁਹਾਨੂੰ ਵੱਧ ਪੈਸਾ ਮਿਲਦਾ ਉਹਦੇ ਵਿੱਚ ਆਨਲਾਈਨ ਜੋਗੇ ਕੋਈ ਟੈਕਸ ਨਹੀਂ ਲੱਗੇਗਾ। ਆਨਲਾਈਨ ਜੋਗਾ ਕਿਸਾਨ ਹੋਵੇ ਤੇ ਫਾਂਸੀਆਂ ਕਿਉਂ ਲਵੇ?
ਮੁੱਦਾ ਹੈ ਸਫਰ ਨਹੀਂ ਦੀ ਤੇ ਫਿਰ ਪੜੀਆਂ ਲਿਖੀਆਂ ਗੱਲਾਂ ਜਿਹੜੀਆਂ ਟੀਵੀ ਤੇ ਚੰਗੀਆਂ ਲੱਗਦੀਆਂ ਉਸ ਕਿਸਾਨ ਦੇ ਘਰ ਜਾ ਕੇ ਮੇਰੀ ਪਹਿਲਾਂ ਗੱਲ ਗੱਲ ਮੈਂ ਕਰੋ ਦੱਸਦਾ ਉਸ ਕਿਸਾਨ ਨੂੰ ਅੱਛਾ ਪੁੱਛੋ 80% ਵੀ ਉਹ ਕਿਸਾਨ ਹੈ, ਤੁਹਾਨੂੰ ਲੱਗਦਾ ਪੂਰਾ ਪੰਜਾਬ ਦਾ ਕਿਸਾਨ ਸੜਕਾਂ ਤੇ ਉਤਰ ਆਇਆ? ਮੈਨੂੰ ਲੱਗਦਾ ਕਿੰਨੇ percent ਕਿਸਾਨ ਉੱਤਰ ਆਇਆ? 50% ਕਿਸਾਨ ਸੜਕਾਂ ਤੇ ਉਤਰ ਆਇਆ ਉੱਤਰ ਆਇਆ ਜੀ। ਹਰਿਆਣਾ ਦਾ ਕੁਛ ਉੱਤਰ ਆਇਆ, ਮੈਂ 50 ਹੀ ਮੰਨਦਾ ਜੀ ਉਹਨੂੰ 50 ਹੀ ਮੰਨਦੇ ਹੋ। ਬਿਲਕੁਲ। ਪਰ ਉਹਨਾਂ ਨੇ ਤਿੰਨ ਜਿਹੜੇ ਐਕਟ ਹੈਗੇ ਨੇ ਉਹਦੇ ਬਾਰੇ ਤੁਸੀਂ ਕਿਸੇ ਕਿਸਾਨ ਜਥੇਬੰਦੀ ਕਿੰਨੇ ਨਾਲ ਦੇਣਾ ਗੱਲ ਸੀ? ਕੀਤੀ? ਉਹ ਕਿੰਨੇ ਕਿੰਨੇ- ਗੱਲ ਕੀਤੀ? ਉਹ ਕਿੰਨੇ ਦੱਸਣਾ ਤੁਸੀਂ ਇਹ ਸੀ? ਮੰਨਦੇ ਹੋ ਕਿ ਕਿਥੇ ਨਾ ਕਿਤੇ ਜਿਹੜੇ ਸਰਕਾਰ- ਐਕਟ ਬਾਰੇ ਕਿਸਾਨਾਂ ਨੂੰ ਸਮਝਾਉਣ ਦੀ ਕੁਛ ਜਿਹੜੀ ਲੋੜ ਸੀ ਨੈਗੇਟਿਵ ਆਈ, ਉਹ ਕਿਤੇ ਨਾ ਗੈਪ ਰਹਿ ਗਿਆ, ਇਹ ਮੰਨਦੇ ਹੋ? ਪ੍ਰੈਜੈਂਟੇਸ਼ਨ ਇਹਨਾਂ ਦੀ ਨੈਗੇਟਿਵ Yes। ਆਈ, ਪੋਜ਼ਿਟਿਵ ਆਈ, ਉਹ ਇੱਕ ਅਲੱਗ ਵਿਸ਼ਾ। ਪਰ ਕਿਸਾਨ ਅੱਜ ਦੀ ਡੇਟ 'ਚ ਪਰੇਸ਼ਾਨ ਹੈ। ਕਿਸਾਨ ਇਹ ਕੁਝ ਸਰ ਨਹੀਂ ਚਾਹੁੰਦਾ। ਇੱਕ ਕਿਸਾਨ ਨੂੰ ਕੋਈ ਟੈਕਸ ਨਾ ਲੱਗੇ, ਜਿੱਥੇ ਚੰਗੀ ਗੱਲ ਮਰਜ਼ੀ ਹੈ। ਵੇਚੇ, ਬਹੁਤ ਇੱਕ ਚੰਗੀ ਗੱਲ। ਦੇਸ਼ ਇੱਕ ਬਹੁਤ ਮੁੱਲ, ਚੰਗੀ ਗੱਲ ਹੈ। ਚੰਗੀ ਗੱਲ ਹੈ ਨਾ? ਚੰਗੀ ਗੱਲ ਇਹੋ ਜਿਹੇ ਐਕਟ ਪਰ ਸਮਝਾਏਗਾ ਕੌਣ ਉਹਨਾਂ ਨੂੰ? ਬਸ ਗੱਲ ਉਹ ਸਮਝਾਉਣ ਨਾ ਦੀ ਆ। ਸਫਰ ਜੀ ਸਮਝਾਉਣਗੇ, ਨਾ ਮੈਂ ਸਮਝਾਵਾਂਗਾ। ਨਹੀਂ, ਇਹ ਚਲੋ। ਸਰਕਾਰਾਂ ਦਾ ਕੰਮ ਹੈ, ਸਰਕਾਰਾਂ। ਜਿਹੜੇ ਰਾਜਨੀਤੀ ਕਰ ਰਹੇ। ਪਹਿਲੀ Yeah। ਗੱਲ ਉਹਨਾਂ ਨੂੰ ਤੁਹਾਨੂੰ ਭਰੋਸੇ ਲੱਗਦਾ ਤੇ ਕਿ ਕਿਉਂ ਨਹੀਂ 2022 ਨੂੰ ਲੈ ਕੇ ਸਾਰਾ ਕੁਝ ਹੋ ਰਿਹਾ, ਕਿਤੇ ਨਾ ਕਿਤੇ ਹੋ ਰਿਹਾ ਮੈਂ ਲੱਗਦਾ? ਮੈਨੂੰ ਇਦਾਂ ਲੱਗ ਰਿਹਾ ਹੋ ਰਿਹਾ। Yes। ਪਰ ਇਹਨਾਂ ਨੂੰ ਵੱਡੀ ਜਥੇਬੰਦੀਆਂ ਨੂੰ ਨਾਲ ਲੈ ਕੇ, ਵੱਡੇ ਨੁਮਾਇੰਦਿਆਂ ਨੂੰ ਜਿੰਨਾ ਚਿਰ ਨਹੀਂ ਸਮਝਾਇਆ ਜਾਂਦਾ ਗਰਾਊਂਡ ਲੈਵਲ ਤੇ ਉਹ ਗੱਲ ਨਹੀਂ ਜਾਣੀ। ਕਿਉਂ ਨਹੀਂ ਇਹਨਾਂ ਨੇ ਵੱਡੇ ਲੈਵਲ ਦੇ ਬੰਦਿਆਂ ਨੂੰ ਉਹਨਾਂ ਨਾਲ ਸਰ ਜੋੜਿਆ? 5% ਪੈਸਾ ਸਰਕਾਰ ਦੇਸ਼ ਵਿੱਚ ਪੂੰਜੀਪਤੀਆਂ ਕੋਲ ਵੱਡਿਆਂ ਕੋਲ ਹੈਗਾ। ਜੀ। ਟਾਟਾ ਬਿਰਲਾ ਗਰੁੱਪ, ਰਿਲਾਇੰਸ ਗਰੁੱਪ, XYZ ਗਰੁੱਪ, ਜੀ ਰਾਈਟ ਸਰ? ਜੀ। ਉਹ ਪੈਸਾ ਕਿਥੇ ਨਾ ਕਿਥੇ ਅਗਰ ਫਾਰਮਿੰਗ 'ਚ ਲੱਗੇਗਾ ਜੀ। ਤੇ ਕਿਸਾਨ, ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੇ ਆਪਣਾ ਬਿਜ਼ਨਸ ਚਲਾਉਣਾ ਹੋਏਗਾ ਤਾਂ ਕਿਸਾਨ ਮਾਰੂ ਨੀਤੀ ਲਿਆਣਗੇ? ਉਹ ਨਹੀਂ, ਨਹੀਂ, ਮੈਨੂੰ ਤੁਹਾਨੂੰ ਲੱਗਦਾ ਮਾਰੂ ਨੀਤੀ ਨਹੀਂ ਨਹੀਂ ਆਏਗੀ। ਲਿਆਣਗੇ ਨਾ। ਨਹੀਂ ਆਏਗੀ। ਕਿਸਾਨ ਖੁਸ਼ਹਾਲ ਹੋਏਗਾ ਤਾਂ ਹੋਏਗਾ। ਦੇਸ਼ ਖੁਸ਼ਹਾਲ ਹੋਏਗਾ ਨਾ। ਬਿਲਕੁਲ ਹੋਏਗਾ। ਦੇਸ਼ ਦਾ ਪ੍ਰਧਾਨ ਮੰਤਰੀ ਨੇ ਅੱਗੇ ਵੀ ਪ੍ਰਧਾਨ ਮੰਤਰੀ ਬੰਦੇ ਸੁਪਨੇ ਵੇਖੇ ਹੋਣੇ ਨਾ ਜੀ। ਬਿਲਕੁਲ। ਨਰਿੰਦਰ ਮੋਦੀ ਨੇ ਸੁਪਨੇ ਵੇਖੇ ਹੋਣੇ, ਤੇ ਉਹ ਜਿਹੜਾ ਬਿੱਲ ਲੈ ਕੇ ਆ ਰਿਹਾ 400 ਸਪੈਸ਼ਲਿਸਟ ਕਿਸਾਨਾਂ ਦੇ ਉੱਥੇ ਬੈਠ ਕੇ ਇਹ ਬਿੱਲ ਪਾਸ ਹੋਇਆ। Right। 400 ਉਹਨਾਂ ਨੇ ਸਾਰਾ ਕੁਝ ਇਹਦਾ ਨਿਚੋੜ ਕੱਢਿਆ। ਉਹਨਾਂ ਨੇ ਕਿਹਾ ਸਿੱਧਾ ਵਿਚੋਲਿਆਂ ਨੂੰ ਕੱਢਣਾ, 28,000 ਜਿਹੜੇ ਵਿਚੋਲੇ ਆ ਉਹ ਕੱਢਣਾ, ਤੇ ਮੰਡੀ ਬੋਰਡ 8.5% ਭਾਜੀ ਕਿਸਾਨ ਨੂੰ ਕਿਉਂ ਪੈਸਾ ਦੇਣਾ ਪੈਂਦਾ? ਮੈਂ ਉਹੀ ਕਹਿ ਰਿਹਾ। 8.5 ਕੁਇੰਟਲ 'ਚ 8.5 ਰੁਪਈਆ ਉਹਨੂੰ ਕਿਤੇ ਨਾ ਕਿਤੇ ਸਰਕਾਰ ਨੂੰ ਦੇਣਾ ਪੈਂਦਾ ਹੈ। ਉਹ ਮਾਈਨਸ ਹੋ ਗਿਆ, ਰਾਈਟ ਸਰ? ਤੇ ਕੁਇੰਟਲ ਪਿੱਛੇ 8.5 ਰੁਪਏ। ਹਾਂ 8.5% ਜੋ ਵੀ ਆ 8.5% ਮੈਨੂੰ 8.5% ਜ਼ਿਆਦਾ ਮੈਨੂੰ ਨਹੀਂ ਲੱਗਦਾ। ਮੈਨੂੰ ਹੁਣ ਨਹੀਂ ਦੇਣਾ ਪਏਗਾ, ਨਹੀਂ ਹੁਣ ਨਹੀਂ ਦੇਣਾ ਪਏਗਾ। ਨਹੀਂ ਵੀ ਦੇਣਾ ਪਏਗਾ, ਪਰ ਉਹਦੇ ਵਿੱਚ ਦੇ ਹੀ ਰਹੇ ਆ। ਕਿਸਾਨਾਂ ਦੀ ਕੋਈ ਹੱਲ ਮੈਂ ਕਹਿੰਦਾ ਪਿਆ ਕਿਸਾਨਾਂ ਦੀ, ਮੈਂ ਉਹ ਤਾਂ ਕਹਿੰਦਾ ਕਿਸਾਨਾਂ ਨੂੰ ਆਜ਼ਾਦੀ ਦੇ ਦਿੱਤੀ ਜਿੱਦੇ ਮਰਜ਼ੀ ਵੇਚੇ ਯਾਰ। ਆਜ਼ਾਦੀ ਉਹ ਭਾਜੀ ਮੇਰੇ ਕਿਉਂ ਨਹੀਂ ਚਾਹੀਦੀ? ਕਿਉਂ ਨਹੀਂ ਚਾਹੀਦੀ? ਆਨਲਾਈਨ ਟ੍ਰੇਡ ਅਗਰ ਆਨਲਾਈਨ ਟ੍ਰੇਡ ਇਸ ਪਲੇਟਫਾਰਮ ਤੋਂ ਮੈਂ ਕਹਿੰਦਾ ਵੀ ਬਿਲਕੁਲ ਗਲਤ ਹੈ। ਚਾਹੇ ਉਹ ਮਾਲ ਹੋਣੇ ਵੀ ਗਲਤ ਹੈ, ਕੰਟਰੈਕਟ ਖੇਤੀ ਵੀ ਗਲਤ ਹੈ। ਇੱਕ ਕਿਸਾਨ ਨੂੰ ਆਜ਼ਾਦੀ ਹੋਣੀ ਚਾਹੀਦੀ ਆਪਣੀ। ਹਾਂ ਮਤਲਬ ਉਹਦੇ ਤੇ ਪੋਨੇ ਜ਼ਿੰਮੇਵਾਰੀ ਸਰਕਾਰ ਦੀ ਕੀ ਸੀ ਵੀ ਜਿਹੜਾ ਕਿਸਾਨ ਕਣਕ ਬੀਜ ਰਿਹਾ, ਕੋਈ ਚੀਜ਼ ਬੀਜ ਰਿਹਾ, ਉਹਦੀ ਮੈਂ ਉਹਨੂੰ ਇੰਸ਼ੋਰੈਂਸ ਕਰਕੇ ਦੇਵਾਂ। ਤੇ ਸਰ ਉਹ ਤਾਂ ਪਹਿਲਾਂ ਵੀ ਹੁੰਦੀ ਨਹੀਂ ਹੋ ਰਹੀ। ਜੇ ਹੋ ਰਹੀ ਹੈ ਤੇ ਫਿਰ ਆ ਬਿੱਲ ਲਿਆਉਣ ਦੀ ਲੋੜ ਨਹੀਂ ਇਹਨਾਂ ਨੂੰ। ਕਿਸਾਨ ਨੂੰ ਇੰਸ਼ੋਰੈਂਸ ਚਾਹੀਦੀ ਹੈ। ਲਿਆਂਦਾ ਗਿਆ, ਇਹਦਾ ਸੰਸ਼ੋਧਨ ਹੋਇਆ। MSP ਕਿਉਂ ਮੰਗਣ ਦੇ ਸਰਕਾਰ? MSP ਤੇ ਹੈਗੀ ਆ, ਪਿਛਲੇ 6 ਸਾਲਾਂ ਦੀ MSP ਵਧੀ ਆ। ਉਹਨਾਂ ਨੂੰ ਡਰ ਪੈ ਗਿਆ ਨਾ। ਮੇਰੇ ਗੱਲ ਡਰ ਤੇ ਸ਼ੱਕ, ਇਹ ਦੋ ਗੱਲਾਂ ਕਿਸਾਨਾਂ ਦੇ ਨਾਲ ਜੁੜੀਆਂ। ਕੱਢਣਗੇ ਕੌਣ? ਯੈਸ, ਕੱਢਣੀ ਪੈਣੀ। ਸੰਦੀਪ ਜੀ ਹੁਣ ਤੁਸੀਂ ਬਿਲਕੁਲ ਸਹੀ ਰਾਹ 'ਚ ਆਏ ਹੋ। ਕੇਵਲ ਕੈਲਾਸ਼ ਜੀ ਇਸ ਸਾਰੇ ਮੁੱਦੇ ਵਿੱਚ ਡਰ ਤੇ ਸ਼ੱਕ, ਇਹ ਦੋਨਾਂ ਕਿਸਾਨਾਂ ਨੂੰ ਸੜਕ ਤੇ ਲਿਆਂਦਾ। ਉਸ ਤੋਂ ਬਾਅਦ ਸਿਆਸੀ ਰੋਟੀਆਂ ਸੇਕੀ ਜਾ ਰਹੀਆਂ। ਬਿਲਕੁਲ ਸਹੀ। ਮੈਂ ਤਿੰਨੋਂ ਜਿਹੜੇ ਐਕਟ ਨੇ, ਸਿਆਸੀ ਰੋਟੀ ਸੇਕਣ ਦਾ ਕਾਰਨ ਕਿਤੇ ਨਾ ਕਿਤੇ ਆਉਣ ਵਾਲੇ ਚੋਣਾਂ ਨੂੰ ਲੱਗੇ ਆ। 2022 ਕਿਸਾਨ MSP ਕਿਸਾਨ ਨਵੇਂ ਵਿਧੇਇਕ ਦਾ ਇਸ ਕਰਕੇ ਵਿਰੋਧ ਕਰ ਰਿਹਾ, ਕਿਉਂਕਿ ਕਿਸਾਨ ਚਾਹੁੰਦਾ ਹੈ ਸਿਕਿਉਰਿਟੀ। ਕਿਸਾਨ ਨੂੰ ਚਾਹੀਦੀ ਆਪਣੀ ਸੁਰੱਖਿਆ, ਕਿਸਾਨ ਨੂੰ ਚਾਹੀਦੀ ਹੈ ਆਪਣੀ ਫਸਲ ਦੀ ਆਪਣਾ ਹੱਕ, ਆਪਣੀ ਜ਼ਮੀਨ ਤੇ ਆਪਣਾ ਹੱਕ। ਇਸ ਕਰਕੇ ਕਿਸਾਨ ਇਹਦਾ ਵਿਰੋਧ ਕਰ ਰਿਹਾ ਹੈ। ਕਿਸਾਨ ਸਿਰਫ ਤੇ ਸਿਰਫ ਆਪਣੀ ਸਿਕਿਉਰਿਟੀ ਲਈ ਵਿਰੋਧ ਕਰ ਰਿਹਾ ਹੈ। ਇਸ ਮੁੱਦੇ ਨੂੰ ਸਰਕਾਰ ਵੱਲੋਂ, ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਜਿੰਨੇ ਹੀ ਸਹਿਜ ਤਰੀਕੇ ਨਾਲ ਸਮਝਾਇਆ ਜਾਏਗਾ ਉਸੇ ਤਰ੍ਹਾਂ ਕਿਸਾਨ ਸਮਝੇਗਾ। ਆਪਾਂ ਗੱਲ ਕਰੀਏ ਆਰਡੀਨੈਂਸ ਦੇ ਨਵੇਂ ਰੂਲਸ ਦੇ ਬਾਰੇ, ਤੇ ਕਿਸਾਨ ਪੰਜਾਬ ਦਾ ਕਿਸਾਨ ਲੈ ਲਓ, ਯੂਪੀ ਦਾ ਲੈ ਲਓ, ਕਿਸਾਨ ਲੈ ਲਓ, ਹਰਿਆਣੇ ਦਾ ਕਿਸਾਨ ਇੰਨਾ ਨਹੀਂ ਪੜ੍ਹਿਆ ਲਿਖਿਆ ਕਿ ਉਹ ਸਰਕਾਰ ਦੀਆਂ ਸਾਰੀਆਂ ਨੀਤੀਆਂ ਆਨਲਾਈਨ ਜਾ ਕੇ ਗੂਗਲ 'ਚੋਂ ਡਾਊਨਲੋਡ ਕਰੇ। ਆਨਲਾਈਨ ਜਾ ਕੇ ਕਿਸਾਨ ਤੇ ਦਫ਼ਤਰ ਦੇ ਵਿੱਚ ਜਾਣ ਤੋਂ ਵੀ ਗੁਰੇਜ਼ ਕਰਦਾ। ਉਹਨੂੰ ਚਪੜਾਸੀ ਨੂੰ ਵੀ ਨਮਸਤੇ ਬੁਲਾਉਣੀ ਪੈਂਦੀ ਹੈ। ਕਿਸੇ ਸਰਕਾਰੀ ਅਦਾਰੇ 'ਚ ਜਾਂਦਾ ਕਿਸਾਨ ਹੱਥ ਜੋੜ ਕੇ ਬਹਿੰਦਾ। ਕਾਰਨ ਕਿ ਕਿਸਾਨ ਜਿਹੜਾ ਇੰਨਾ ਹਾਈਟੈਕ ਨਹੀਂ ਹੈਗਾ, ਹਿੰਦੁਸਤਾਨ ਦਾ ਕਿਸਾਨ ਇੰਨਾ ਐਜੂਕੇਟਡ ਨਹੀਂ ਹੈਗਾ। ਇਹੀ ਮੁੱਦਾ ਕਿ ਕਿਸਾਨਾਂ ਨੂੰ ਲੈ ਕੇ ਸਿਆਸੀ ਰੋਟੀਆਂ ਖੇਡੀਆਂ ਜਾ ਰਹੀਆਂ। ਕਿਤੇ ਅਸਤੀਫੇ ਦੇਣ ਦੇ ਡਰਾਮੇ ਕੀਤੇ ਜਾਂਦੇ ਆ, ਕਿਤੇ ਕਿਸਾਨਾਂ ਦੇ ਹੱਕ ਦੀ ਲੜਾਈ ਲਈ ਕੋਰਟ ਕਚਹਿਰੀ ਜਾਇਆ ਜਾਂਦਾ, ਪਰ ਕਿਸਾਨਾਂ ਨੂੰ ਅਸਲ ਉਹਨਾਂ ਦਾ ਹੱਕ ਦਿਵਾਉਣ ਦੇ ਲਈ ਕੋਈ ਅੱਗੇ ਨਹੀਂ ਆ ਰਿਹਾ।
ਬਿਲਕੁਲ ਇਹੋ ਗੱਲ ਹੈ ਜੀ। ਮੈਂ ਤੇ ਪਹਿਲੀ ਗਰਾਊਂਡ ਲੈਵਲ ਤੇ ਕਹਿੰਦਾ ਵੀ ਅਗਰ ਇਹੋ ਜਿਹਾ ਕੋਈ ਬਿੱਲ ਲਿਆਣਾ ਹੈ, ਪਹਿਲਾਂ ਕਿਸਾਨ ਨੂੰ ਭਰੋਸਾ ਜੇ ਲਓ। ਉਹ ਜਿਹੜੇ 400 ਬੰਦਿਆਂ ਨਾਲ ਕਿਸਾਨਾਂ ਨਾਲ ਬਹਿ ਕੇ ਗੱਲਬਾਤ ਹੋਈ ਏ, ਉਹ ਮੈਨੂੰ ਲੱਗਦਾ ਵੀ ਪੇਟੀਕੋਟ ਵਾਲੇ ਹੀ ਹੋਣੇ ਆ, ਜਿਨ੍ਹਾਂ ਨਾਲ ਬਹਿ ਕੇ ਮੋਦੀ ਸਾਹਿਬ ਨੇ ਸਾਰਾ ਰਾਏ ਕਰਕੇ ਤੇ ਬਿੱਲ ਤਿਆਰ ਕਰ ਲਿਆ। ਥੱਲੜੇ ਲੈਵਲ ਤੇ ਕਿਸੇ ਇੱਕ ਕਿਸਾਨ ਨਾਲ ਮੇਰੇ ਨਾਲ ਪਿੰਡ ਚੱਲ ਪਓ, ਚਾਹੇ ਉਹ ਕਿਸੇ ਪਾਰਟੀ ਦਾ ਹੋਵੇ। ਅੱਜ ਦੀ ਡੇਟ ਕਾਂਗਰਸ ਪਾਰਟੀ ਪੰਜਾਬ 'ਚ ਹੋਵੇ, ਚਾਹੇ ਭਾਰਤੀ ਜਨਤਾ ਪਾਰਟੀ ਦਾ ਹੋਵੇ। ਮੈਂ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ ਵੀ ਕਾਂਗਰਸ ਪਾਰਟੀ ਦੇ ਇੱਕ ਐਮਐਲਏ ਨੇ ਅਸਤੀਫਾ ਲਿਖ ਕੇ ਦੇ ਦਿੱਤਾ ਕੈਪਟਨ ਸਾਹਿਬ ਨੂੰ ਵੀ ਆ ਮੇਰਾ ਅਸਤੀਫਾ ਜੇ ਕਿਸਾਨ ਦੀ ਗੱਲ ਨਾ ਹੋਈ ਤੇ ਮੈਂ ਤੁਹਾਡੇ ਨਾਲ ਨਹੀਂ। ਇੱਕ ਹੋਰ ਵਿਧਾਨ ਸਭਾ ਦੇ ਵਿੱਚ ਰਾਜ ਸਭਾ ਮੈਂਬਰ ਨੇ ਆਪਣੇ ਮੋਢੇ ਦੇ ਮਗਰ ਲੈ ਕੇ ਅੱਜ ਪ੍ਰੋਟੈਸਟ ਕੀਤਾ ਵੀ ਮੈਂ ਪਹਿਲਾਂ ਕਿਸਾਨ ਆ ਫੇਰ ਸੰਸਦ ਆ। ਉਹਨਾਂ ਨੂੰ ਸਮਝ ਲੱਗ ਗਈ ਵੀ ਕਿਸਾਨ ਦੀ ਜਿਹੜੀ ਉਹ ਗਿੱਚੀ ਘੁੱਟਣ ਦੀ ਤਿਆਰੀ ਹੋ ਰਹੀ ਹੈ, ਤੇ ਜੇ ਕਿਸਾਨ ਨਾ ਰਿਹਾ ਤੇ ਇੱਥੇ ਪੰਜਾਬ ਦੇ ਵਿੱਚ ਕੁਛ ਨਹੀਂ ਜੇ ਰਹਿਣਾ। ਇੱਕ ਗੱਲ ਨੂੰ ਇੱਕੋ ਹੀ ਚੀਜ਼ ਰਹਿ ਗਈ ਜੇ ਪੰਜਾਬ ਦੇ ਵਿੱਚ, ਪਾਣੀ ਇੰਨਾ ਕੁ ਖੋ ਗਿਆ ਪੰਜਾਬ ਦੇ ਵਿੱਚ, ਠੀਕ ਹੈ। ਆਉਣ ਵਾਲੀ ਸਿਚੁਏਸ਼ਨ ਜਵਾਨੀ ਇੰਨਾ ਕੁ ਖੋਲੀ ਗਈ ਹੈ, ਜਿਹੜਾ ਯੂਥ ਹੈਗਾ ਸੀ ਉਹ ਫੋਰਨ ਚਲਾ ਗਿਆ, ਰਹਿੰਦਾ ਖੁੰਦਾ ਯੂਥ ਨਸ਼ਿਆਂ ਤੇ ਲੱਗ ਗਿਆ। ਇੱਕ ਕਿਸਾਨ ਹੀ ਜਿਹੜਾ GDP ਪੰਜਾਬ ਦੀ ਬਚਾ ਰਿਹਾ। ਜੇ ਪੰਜਾਬ ਦਾ ਕਿਸਾਨ ਕਿਸੇ ਤਰ੍ਹਾਂ ਮਾਰਿਆ ਗਿਆ, ਕੁਚਲਿਆ ਗਿਆ, ਤੇ ਫਿਰ ਇਸ ਗੱਲ ਨੂੰ ਸਮਝ ਲੈਣਾ ਵੀ ਇੱਥੇ ਰਹਿਣਾ ਕੁਛ ਨਹੀਂ ਜੇ। ਆਉਣ ਵਾਲੇ ਦਿਨ 'ਚ ਜੋ ਲੋਕ ਕਿਸਾਨ ਇੱਕ ਸੋਚ ਸਮਝੀ ਗੱਲ ਨੂੰ ਬੈਠੇ ਹੋਏ ਨੇ ਵੀ ਤਬਾਹੀ ਹੋਣ ਦੇ ਕਿਨਾਰੇ ਪੰਜਾਬ ਕਿਸਾਨ ਦਾ ਮੁੱਦਾ ਹੁਣ ਹੀ ਕਿਉਂ ਉੱਠਿਆ? ਕਿਸਾਨ ਦਾ ਮੁੱਦਾ ਆਉਣ ਵਾਲੇ ਇਲੈਕਸ਼ਨਾਂ ਤੋਂ ਕੁਛ ਮਹੀਨੇ 12-16 ਮਹੀਨੇ ਪਹਿਲਾਂ ਹੀ ਕਿਉਂ ਉੱਠਿਆ? ਇਸ ਤੋਂ ਪਹਿਲਾਂ ਜ਼ਹਿਰੀਲੀ ਸ਼ਰਾਬ ਕਰਕੇ ਕਿੰਨੀਆਂ ਹੀ ਮੌਤਾਂ ਹੋਈਆਂ, ਸੈਂਕੜਾਂ ਮੌਤਾਂ ਹੋਈਆਂ, ਉਹਦਾ ਮੁੱਦਾ ਗਰਮ ਹੋਇਆ। ਸਾਧੂ ਸਿੰਘ ਧਰਮਸੋਤ ਵੱਲੋਂ ਕੀਤੇ ਗਏ ਘਪਲੇ ਦਾ ਮੁੱਦਾ ਗਰਮ ਹੋਇਆ। ਕੀ ਇਹ ਮੁੱਦਾ ਦੋਨੇ ਮੁੱਦਿਆਂ ਨੂੰ ਦਬਾਉਣ ਦੇ ਲਈ ਕਿਸਾਨਾਂ ਨੂੰ ਅੱਗੇ ਨਹੀਂ ਲਾਇਆ ਗਿਆ? ਕਿਤੇ ਨਾ ਕਿਤੇ ਦੋਨੇ ਮੁੱਦਿਆਂ ਨੂੰ ਦਬਾਉਣ ਦੇ ਲਈ ਕਿਸਾਨਾਂ ਨੂੰ ਅੱਗੇ ਲਾ ਕੇ ਸਿਆਸੀ ਰੋਟੀ ਤੇ ਨਹੀਂ ਸੇਕੀ ਜਾ ਰਹੀ। ਵੇਖੋ ਜੀ ਕੈਲਾਸ਼ ਜੀ, ਤੁਹਾਡੀ ਗੱਲ ਬਿਲਕੁਲ ਠੀਕ। ਕਿਤੇ ਨਾ ਕਿਤੇ ਮੈਂ ਤੁਹਾਡੀ ਗੱਲ ਤੋਂ ਸਹਿਮਤ ਹਾਂ। ਮੈਂ ਸੰਦੀਪ ਜੀ ਦੀ ਇਹ ਗੱਲ ਤੋਂ ਵੀ ਸਹਿਮਤ ਹਾਂ ਕਿ ਜਿਹੜਾ ਅੰਨਦਾਤਾ ਹੈ ਉਹ ਕਿਸਾਨ ਹੈ, ਤੇ GDP ਜਿਹੜੀ ਹੈ ਕਿਸਾਨਾਂ ਦੇ ਉੱਤੇ ਆ। ਪਰ ਜਿਹੜੇ ਦਾਅਵੇ ਤੇ ਜਿਹੜੇ ਵਿਪਕਸ਼ ਦੇ, ਉਹ ਵੀ ਮੈਂ ਤੁਹਾਨੂੰ ਇੱਕ ਬਰੀਫ ਕਰ ਦਿੰਦਾ ਕਿ ਜਿਹੜੇ ਸਰਕਾਰ ਨੇ ਦਾਅਵੇ ਕੀਤੇ ਆ ਕਿ ਕਿਸਾਨ ਆਪਣੀ ਫਸਲ ਜਿੱਥੇ ਮਰਜ਼ੀ ਵੇਚੇ, 72 ਘੰਟੇ ਦੇ ਅੰਦਰ ਭੁਗਤਾਨ ਹੋਏਗਾ, ਕਿਤੇ ਵੀ ਕੋਈ ਵੀ ਕੇਸ ਦਾ ਨਿਪਟਾਰਾ 30 ਦਿਨ ਦੇ ਅੰਦਰ ਹੋਏਗਾ, ਕਿਸਾਨ ਆਜ਼ਾਦ ਹੋਏਗਾ। ਇੱਥੋਂ ਤੱਕ ਕਿ ਪੈਨ ਕਾਰਡ ਜਿਹਦੇ ਕੋਲ ਹੈਗਾ ਉਹ ਵੀ ਕਿਸਾਨ ਦੀ ਫਸਲ ਖਰੀਦ ਸਕਦਾ। ਜ਼ਰੂਰੀ ਨਹੀਂ ਕਿ ਵੱਡੀਆਂ ਕੰਪਨੀਆਂ ਹੀ ਖਰੀਦਣਗੀਆਂ। ਫਸਲ ਬੀਜਣ ਤੋਂ ਬਾਅਦ ਐਗਰੀਮੈਂਟ ਪਹਿਲਾਂ ਹੀ ਹੋ ਜਾਏਗਾ ਕਿ ਮੈਂ ਉਹ ਐਗਰੀਮੈਂਟ ਹੋਣਗੇ। ਫਸਲ ਦਾ ਬੀਮਾ ਹੋਏਗਾ ਔਰ ਪਾਰਦਰਸ਼ੀ ਸਸ਼ਕਤੀਕਰਨ ਕਿਸਾਨਾਂ ਨੂੰ ਦਿੱਤਾ ਗਿਆ। ਕਿਸਾਨਾਂ ਦਾ ਕੋਈ ਵੀ ਜੋਖਮ ਹੈ ਇਹ ਜਿਹੜੀ ਕੰਪਨੀਆਂ ਉਹ ਆਪਣੇ ਤੇ ਚੱਲਣਗੀਆਂ। ਤੇ ਵਿਪਕਸ਼ ਦਾ ਕੀ ਆਰੋਪ ਹੈ ਕਿ ਮੰਡੀ ਵਿਵਸਥਾ ਤੇ ਮਨਮਾਨੀ ਮਰਜ਼ੀਆਂ ਦੇ ਨਾਲ ਖਰੀਦੀ ਜਾਣਗੀ। ਇਹ ਵਿਪਕਸ਼ ਦਾ ਆਰੋਪ ਹੈ, ਸਰਕਾਰ ਦਾ ਦਾਅਵਾ ਮੈਂ ਪਹਿਲਾਂ ਤੁਹਾਨੂੰ ਦੱਸਿਆ। ਉਹ ਦੂਜਾ ਕਿ ਛੋਟਾ ਕਿਸਾਨ ਪਰੇਸ਼ਾਨ ਹੋਏਗਾ, ਜ਼ਮੀਨ ਕਿਸਾਨਾਂ ਦੀ ਹੋਏਗਾ ਪਰ ਉਹ ਮਜ਼ਦੂਰ ਬਣ ਕੇ ਰਹਿ ਜਾਏਗਾ। MSP ਨੂੰ ਲੈ ਕੇ ਕੋਈ ਸੁਰੱਖਿਆ ਵਿਵਸਥਾ ਨਹੀਂ ਵਿਖਾਈ ਦਿੰਦੀ। ਇਹ ਸ਼ੱਕ ਹੈ ਜੀ ਵਿਪਕਸ਼ ਦਾ। ਦੂਜੀ ਗੱਲ, ਵੱਡੀ ਕੰਪਨੀਆਂ ਨੂੰ ਫਾਇਦਾ ਹੋਏਗਾ। ਤੇ ਮੈਂ ਕਹਾਂ ਜੀ ਸਭ ਤੋਂ ਵੱਡੀ ਗੱਲ ਹੈ ਕਿ ਵੱਡੀ ਕੰਪਨੀਆਂ ਜਦੋਂ ਕੋਲ ਪੈਸਾ ਹੈ ਜੀ, ਜਦੋਂ ਕੋਲ ਪੈਸਾ ਕਿਸਾਨਾਂ ਕੋਲ ਫਸਲ ਦੇ ਪੈਸਾ ਉਹੀ ਖਰੀਦੇਗਾ। ਮੈਂ ਸਮਝਦਾ ਕੰਪਨੀ ਵੱਡੇ ਜ਼ਮੀਂਦਾਰ ਤੋਂ, ਵੱਡੇ ਕਿਸਾਨ ਤੋਂ ਸਮਾਨ ਲੇਗੀ ਤੇ ਛੋਟਾ ਕਿਸਾਨ ਆਪਣੀ ਛੋਟੀ ਮੰਡੀ 'ਚ ਜਾ ਕੇ ਸਮਾਨ ਤੇ ਵੇਚ ਸਕਦਾ। ਨਹੀਂ, ਇਦਾਂ ਛੋਟਾ ਕਿਸਾਨ ਇੱਕ ਚੱਕੀ ਤੇ ਆਪਣੀ ਕਣਕ ਵੇਚ ਸਕਦਾ, ਇੱਕ ਛੋਟੀ ਮੰਡੀ 'ਚ ਆਪਣਾ ਝੋਨਾ ਵੇਚ ਸਕਦਾ। ਮੈਂ ਤੁਹਾਡੀ ਗੱਲ ਮੈਂ ਬਿਲਕੁਲ ਸਹਿਮਤ। ਤੁਸੀਂ ਇੱਕ ਗੱਲ ਬੜੀ ਵਧੀਆ ਕੀਤੀ ਹੈ ਕਿ ਕਿਸਾਨਾਂ ਕੋਲ ਹਾਲੇ ਵੀ ਇੰਨੇ ਹਾਈਟੈਕ ਨਹੀਂ ਹੈ, ਕਿਉਂਕਿ ਇਹ ਜਿਹੜੀ ਨੀਤੀ ਹੈ, ਜਿਹੜੇ ਬਿੱਲ ਹੈ, ਇਹ ਵਿਦੇਸ਼ੀ ਬਿੱਲ ਨੇ। ਵਿਦੇਸ਼ਾਂ ਵਿੱਚ 1000 2-2000 ਏਕੜ ਦੀ ਜ਼ਮੀਨਾਂ 'ਚ ਖੇਤੀ ਹੁੰਦੀ ਹੈ। ਇਹ ਬਿੱਲ ਉੱਥੋਂ ਦੇ ਵੇਖ ਕੇ ਇਹ ਭਾਰਤ ਸਰਕਾਰ ਨੇ ਬਣਾਏ ਨੇ। ਮੈਂ ਤੁਹਾਡੀ ਗੱਲ ਬਿਲਕੁਲ ਸਹਿਮਤ ਹਾਂ ਕਿ ਸਾਡੇ ਕੋਲ 1-1 2-2 ਏਕੜ ਵਾਲੇ ਵੀ ਕਿਸਾਨ ਹੈਗੇ ਨੇ। ਉਹ 1-2 ਟਰਾਲੀ ਕਿੱਥੇ ਲੈ ਕੇ ਜਾਣਗੇ? ਪਹਿਲਾਂ ਮੰਡੀ ਤੇ ਲੈ ਕੇ ਜਾਂਦੇ। ਪਰ ਸਭ ਤੋਂ ਵੱਡੀ ਗੱਲ ਹੈ 28000 ਜਿਹੜੇ ਰਜਿਸਟਰਡ ਦਲਾਲ ਸੀ, ਤੇ ਜਿਹੜੇ ਮੰਡੀ ਨੂੰ ਪੈਸਾ ਜਾਂ 8.5% ਟੈਕਸ ਜਾਂਦਾ ਸੀ, ਉਹ ਵੀ ਨੋ ਟੈਕਸ ਆਜ਼ਾਦੀ। ਤੇ ਸਭ ਤੋਂ ਵੱਡੀ ਗੱਲ ਹੈ ਕਿ ਕਿਸਾਨ ਆਜ਼ਾਦ ਹੈ। ਮੈਂ ਤੁਹਾਡੀ ਗੱਲ ਬਿਲਕੁਲ ਸਹਿਮਤ ਹੈ ਕਿ ਛੋਟਾ ਕਿਸਾਨ ਕਿੱਥੇ ਜਾਏਗਾ। ਪਰ ਇੱਥੇ ਜਿਹੜੀ ਵੀ ਵੱਡੀਆਂ ਕੰਪਨੀਆਂ ਜਿਹੜੇ ਵੀ ਆਣ ਕੇ ਖਰੀਦਣ, ਉਹ ਛੋਟੇ ਕਿਸਾਨ ਕੋਲ ਵੀ ਜਾਣਗੇ, ਵੱਡੇ ਕਿਸਾਨ ਕੋਲ ਵੀ ਜਾਣਗੇ। ਤੇ ਮੈਂ ਸਮਝਦਾ ਹਾਂ ਅਗਰ ਇਹ ਬਿੱਲ ਦਾ ਵਿਰੋਧ ਬਿਲਕੁਲ ਅਗਰ ਫੈਕਟ ਦੇ ਆਧਾਰ 'ਚ ਕਿਸਾਨਾਂ ਵਿਰੋਧੀ ਹੈ ਤੇ ਇਹ ਬਿੱਲ ਨਹੀਂ ਪਾਸ ਹੋਣਾ ਚਾਹੀਦਾ। ਪਰ ਲੋਕ ਸਭਾ 'ਚ ਪਾਸ ਹੋ ਗਿਆ, ਰਾਜ ਸਭਾ 'ਚ ਹਲੇ ਪਾਸ ਹੋਣ ਦੀ ਉਮੀਦ ਹੈ। ਹੋ ਸਕਦਾ ਪਾਸ ਹੋਵੇ ਨਾ ਹੋਵੇ। ਫਿਲਹਾਲ ਮੈਂ ਫਿਰ ਕਿਤੇ ਨਾ ਕਿਤੇ 2022 ਪੰਜਾਬ ਨੂੰ 2022 ਨੂੰ ਪੰਜਾਬ ਦੇ ਇਲੈਕਸ਼ਨ ਨੂੰ ਲੈ ਕੇ ਕਿਸਾਨਾਂ ਦੇ ਮੋਢੇ ਤੇ ਸਿਆਸਤ ਦੀ ਬੰਦੂਕ ਚਲਾਈ ਜਾ ਰਹੀ। ਦੇਖੋ ਜੀ, ਪਾਸ ਹੋਣਾ ਕੋਈ ਵਿਸ਼ੇ ਨਹੀਂ ਸੀ। ਅਸੀਂ ਪਹਿਲਾਂ ਹੀ ਕਲੀਅਰ ਕਰਤਾ ਪਿਛਲੇ ਐਪੀਸੋਡ ਦੇ ਵੀ ਪਾਸ ਇਹਨਾਂ ਦਾ ਹੋ ਜਾਣਾ। ਮੁੱਦਾ ਇੱਥੇ ਆਏ ਵੀ ਮੋਨੋਪਲੀ ਬਣਦੀ ਜਾ ਰਹੀ ਏ। ਵੱਡੇ ਪਰਿਵਾਰਾਂ ਦੀ ਹਾਂ ਬਿਲਕੁਲ ਉਹ ਵਿਕ ਰਹੇ ਨੇ। ਕਿਉਂ ਨਿੱਜੀਕਰਨ ਹੋ ਰਿਹਾ? ਕਿਉਂ ਨਿੱਜੀਕਰਨ? ਇਹ ਸਰਕਾਰਾਂ ਪੈਸਾ ਕਿੱਥੋਂ ਆਏਗਾ? ਪੈਸਾ ਤੇ 5% ਲੋਕਾਂ ਕੋਲ ਹੈ। ਉਹਨਾਂ ਦਾ ਪੈਸਾ ਅਗਰ ਨਹੀਂ ਆਏਗਾ ਨਹੀਂ 5% ਵਾਲੀ ਗੱਲ ਗਲਤ ਏ। ਇਹ ਜਿਹੜੀ ਇਹੋ ਤੇ ਗੱਲ, ਇਹ ਤਾਂ ਸਾਡੀ ਸੋਚ ਦਾ ਸਫ਼ਰ ਜੀ ਫਰਕ ਏ। ਅੱਜ ਦੀ ਡੇਟ 'ਚ ਇੱਕ ਮੋਬਾਈਲ ਕੰਪਨੀ ਆਈ, ਉਹਨੇ ਸਾਰੀਆਂ ਮੋਬਾਈਲ ਕੰਪਨੀਆਂ ਮਾਰਤੀਆਂ।
ਆਉਣ ਵਾਲੇ ਸਮੇਂ 'ਚ ਇੱਕ ਕੇਬਲ ਆ ਰਹੀ ਹੈ ਉਹਨਾਂ ਦੀ, ਮੈਂ ਕਹਿੰਦਾ ਵੀ ਕੋਈ ਕੇਬਲ ਨਹੀਂ ਤੁਹਾਨੂੰ ਲੱਭੇਗੀ, ਉਹ ਮਨ ਮਰਜ਼ੀ ਦੇ ਰੇਟ ਤੁਹਾਨੂੰ ਦੇਣਗੇ। ਇਸੇ ਤਰ੍ਹਾਂ ਜੇ ਇਸ ਬੰਦੇ ਨੇ ਸਾਰੀ ਫਸਲ ਖਰੀਦ ਲਈ, ਵੱਡੇ ਵਪਾਰੀ ਨੇ, ਉਹਦੀ ਆਪਣੀ ਮੋਨੋਪੋਲੀ ਬਣ ਜੂਗੀ, ਉਹ ਤੁਹਾਨੂੰ ਆਟਾ ਸਰ ਫਿਰ ਰੁਪਏ MSP ਕਿੱਥੇ ਗਿਆ? MSP ਖਤਮ ਨਹੀਂ ਹੋਏਗਾ ਆਉਣ ਵਾਲੇ ਸਮੇਂ 'ਚ। ਖਤਮ ਹੋ ਗਿਆ, ਸਰਕਾਰ ਖਤਮ ਹੋ ਜਾਏਗੀ, ਸਭ ਕੁਝ याद रखना। सरकार MSP जैसे खत्म हो गया, किसान MSP हर बंदा MSP निर्धारित न्यूनतम निर्धारित मूल्य नहीं खत्म हो सकता। ਮੈਂ ਉਹੀ ਗੱਲ ਕਰ ਰਿਹਾ, ਚਲੋ ਨਹੀਂ ਵੀ ਖਤਮ ਹੋ ਰਿਹਾ, 20 ਰੁਪਏ ਕਣਕ ਦਾ ਰੇਟ ਮੰਨ ਕੇ ਚੱਲੋ, 2000 ਮੰਨ ਕੇ ਚੱਲੋ, 2000 'ਚ ਉਹਨੇ ਖਰੀਦ ਲਿਆ, ਖਰੀਦਣ ਦਾ ਤਾਂ ਮੁੱਦਾ ਮੁੱਕ ਗਿਆ, ਅੱਗੇ ਆ ਜਾਣਾ ਵੇਚਣ ਦਾ ਮੁੱਦਾ। ਜਿਹੜਾ ਵੇਚਣ ਕਰ ਸਕਦਾ ਹੈ, ਕਾਲੇ ਬਾਜ਼ਾਰੀ ਤੋਂ ਵੱਡੀ ਚੀਜ਼ ਹੋਣ ਲੱਗੀ ਹੁਣ, ਕਾਲੇ ਭੰਡਾਰਨ ਨਹੀਂ ਕਰ ਸਕਦਾ, ਭੰਡਾਰਨ ਕਰੇਗਾ ਜਿਹੜਾ ਖਰੀਦੇਗਾ। ਜਿਹੜੀ ਵੱਡੀ ਕੰਪਨੀ ਵਸਤੂ ਸੰਸ਼ੋਧਨ ਬਿੱਲ ਮੈਨੂੰ ਇਹੋ ਗੱਲ ਸਮਝ ਨਹੀਂ ਆ ਰਹੀ, ਜਦੋਂ ਵੱਡੀ ਕੰਪਨੀ ਕਣਕ, ਜਦੋਂ ਵੱਡੀ ਕੰਪਨੀ ਜਦੋਂ ਖਰੀਦੇਗੀ ਉਹਨੂੰ ਇੱਕ ਨਹੀਂ ਕਰ ਸਕਦੀ ਭੰਡਾਰਨ। ਸਰ ਵੱਡੀ ਕੰਪਨੀ ਖਰੀਦੀ ਹੈ, ਵੱਡੀ ਕੰਪਨੀ ਖਰੀਦੀ ਹੈ, ਮੈਂ ਕਹਿੰਦਾ ਵੱਡੀ ਕੰਪਨੀ ਮਰਜ਼ੀ ਲੱਗੇਗੀ। 1955 ਦਾ ਐਕਟ ਸੰਸ਼ੋਧਨ ਹੋਇਆ। ਕੀ ਤੁਸੀਂ ਮੰਨਦੇ ਹੋ ਕਿ ਇੱਕ ਕੰਪਨੀ, ਕੱਲੀ ਹਿੰਦੁਸਤਾਨ ਦੀ ਇੱਕ ਕੰਪਨੀ ਸਾਰੇ ਕਿਸਾਨਾਂ ਦਾ, ਸਾਰੇ ਕਿਸਾਨਾਂ ਲੈ ਸਕਦੀ ਹੈਗੀ ਇਹੋ ਜਿਹੀ ਕੰਪਨੀ? ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਹੈਗੀਆਂ ਇਹ ਕੰਪਨੀਆਂ ਆਪਣੀ ਮਰਜ਼ੀ ਜਿਹੜੇ 에어ਪੋਰਟ ਖਰੀਦ ਸਕਦੇ ਆ। ਕਿਸਾਨਾਂ ਨੂੰ ਆਪਣੀ ਮਰਜ਼ੀ ਨਾਲ 에어ਪੋਰਟ ਜ਼ਰੂਰੀ ਨਹੀਂ ਹੈ ਕਿ ਉਹ ਕੰਪਨੀ ਨੂੰ ਵੇਚੇ, ਕਿਸਾਨ ਆਜ਼ਾਦ ਹੈ, ਕਿਸਾਨ ਆਜ਼ਾਦ ਹੈ। ਕਿਸਾਨ ਆਜ਼ਾਦ ਕਿੱਥੇ ਵੀ ਵੇਚ ਸਕਦੀ ਹੈ। ਕਿਸਾਨ ਜਿਹੜਾ ਇੱਕੋ ਕਿਸਾਨ ਤੁਸੀਂ ਖਰੀਦ ਸਕਦੇ ਹੋ, ਹਰ ਕਿਸਾਨ ਇੱਕ ਕੰਪਨੀ, ਹਰ ਕਿਸਾਨ ਇੱਕ ਕੰਪਨੀ ਨੂੰ ਨਹੀਂ ਵੇਚਦਾ ਜੀ। ਹਰ ਕਿਸਾਨ ਆਪਣੀ ਮਰਜ਼ੀ ਦੇ ਹਿਸਾਬ ਨਾਲ ਵੇਚਦਾ। ਕੁਝ ਸਰ ਮੋਨੋਪੋਲੀ ਆਏਗੀ ਇਹਦੇ ਵਿੱਚ, 4 ਵੱਡੀਆਂ ਕੰਪਨੀਆਂ ਕੰਮ ਕਰਨਗੀਆਂ, ਹੌਲੀ ਹੌਲੀ ਛੋਟੀਆਂ ਖਤਮ ਹੋਣਗੀਆਂ। ਮੈਂ ਵੀ ਉਹ ਕਹਿਣਾ ਚਾਹੁੰਦਾ ਵੀ ਵਿਚਕਾਰ ਵਾਲੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਹੋ ਰਹੀ ਏ, ਨਹੀਂ ਮਰਨੇ ਚਾਹੀਦੇ। ਜੇ ਅੱਜ ਇੱਕ ਪਰਿਵਾਰ ਦੇ ਵਿੱਚ 20 ਬੰਦਿਆਂ ਕੋਲ ਪੈਸੇ ਘੁੰਮ ਰਹੇ, ਉਹ 20 ਬੰਦਿਆਂ ਕੋਲ ਰਹਿਣੇ ਚਾਹੀਦੇ। ਜੇ ਪਰਿਵਾਰ ਦੇ ਬਾਹਰੋਂ ਕੋਈ ਲੈ ਕੇ ਸਿੱਧਾ ਹੀ ਉੱਪਰਲਾ ਲੈਵਲ ਦਾ ਖਾ ਰਿਹਾ, ਇਹ ਇੱਕ ਚਿੰਤਾ ਦਾ ਵਿਸ਼ੇ। ਅਸਲੀ ਸਮੱਸਿਆ ਇੱਕ ਨਾਲ ਇਹ ਵੀ ਇਹ, ਮੈਂ ਜੋ ਤੁਹਾਨੂੰ ਬਾਰ-ਬਾਰ ਬੇਨਤੀ ਕਰ ਰਿਹਾ ਵੀ ਥੱਲੜੇ ਲੈਵਲ ਤੇ ਇੱਕ ਜਿਹੜਾ ਆਮ ਇਨਸਾਨ ਦੇ ਨਾਲ ਜੁੜੇ ਹੋਏ ਜਿਹੜੇ ਪਰਿਵਾਰ ਚੱਲ ਰਹੇ ਨੇ, ਉਹ ਵੀ ਨਾਲ ਖਤਮ ਹੋ ਗਏ। ਵੱਡੀ ਕੰਪਨੀ ਦੀ ਸੰਦੀਪ ਜੀ, ਤੁਹਾਡੇ ਕੋਲ 10 ਏਕੜ ਜ਼ਮੀਨ ਹੈ, ਤੁਸੀਂ ਕਣਕ ਬੀਜੀ, ਪਹਿਲਾਂ ਹੀ ਤੁਹਾਨੂੰ ਬੀਜਣ ਤੋਂ ਪਹਿਲਾਂ ਹੀ ਤੁਹਾਨੂੰ ਕੰਟਰੈਕਟ ਹੋ ਗਿਆ ਜੀ, ਇੰਨੇ ਪੈਸੇ ਤੁਹਾਨੂੰ ਆਪਾਂ ਦੇਵਾਂਗੇ, ਹੋਵੇ ਨਾ ਹੋਵੇ। ਕੰਟਰੈਕਟ ਫਾਰਮਿੰਗ ਇਹ ਐਕਟ ਕਹਿੰਦਾ ਹੈ, ਜਿਹੜਾ ਵੀ ਕੰਪਨੀ ਹੈ ਉਹ ਕਹੇ ਕਿ ਮੈਂ 10 ਏਕੜ ਤੁਹਾਡੀ ਜ਼ਮੀਨ ਹੈ, ਜਿੰਨੀ ਮਰਜ਼ੀ ਫਸਲ ਹੋਵੇ ਮੇਰੀ ਜ਼ਿੰਮੇਵਾਰੀ ਹੈ, ਇਸ ਹਿਸਾਬ ਨਾਲ ਮੈਂ ਤੁਹਾਨੂੰ ਪੈਸੇ ਦੇਵਾਂਗੇ, ਤੇ ਕਿਸਾਨ ਤੇ ਆਰਾਮ ਨਾਲ ਬਹਿ ਗਿਆ ਨਾ ਜੀ। ਕੋਈ ਵੀ ਆਪਦਾ ਹੋਵੇ, ਲੇਬਰ ਐਕਟ ਦਾ ਸੁਣਿਆ ਤੁਸੀਂ? ਸਰ ਲੇਬਰ ਐਕਟ ਛੱਡੋ, ਜਿਹੜਾ ਮੈਂ 3 ਐਕਟਾਂ ਦੀ ਗੱਲ ਕਰ ਰਿਹਾ, ਮੁੱਲ ਆਸ਼ਵਾਸਨ ਪਰ ਕਿਸਾਨ ਜਿਹੜੇ ਫਸਲ ਤੋਂ ਪਹਿਲਾਂ ਦਾਮ ਲੇਬਰ ਐਕਟ ਜਦੋਂ ਬਣਿਆ ਸੀ ਉਦੋਂ 8 ਘੰਟੇ ਜੌਬ ਕਰਨੀ ਸੀ ਤੁਸੀਂ, ਅੱਜ ਉਹ ਵਧਾ ਕੇ ਲਾਕਡਾਊਨ ਦੇ ਵਿੱਚ ਬਿਨਾਂ ਦੱਸੇ ਸਰਕਾਰ ਨੇ ਉਹਨੂੰ 12 ਘੰਟੇ ਕਰ ਦਿੱਤਾ। ਕਿਹੜੀ ਸਰਕਾਰ ਨੇ ਕੀਤਾ? ਮੋਦੀ ਸਰਕਾਰ ਨੇ। ਇਹਦੇ ਵਿੱਚ ਤੁਸੀਂ ਆ ਵੇਖੋ ਕਿ ਇਹ ਐਕਟ ਦੇ ਵਿੱਚ ਸ਼ੋਧ ਨਹੀਂ ਹੋ ਸਕਦੀ। ਸ਼ੋਧ ਜਦੋਂ ਮਰਜ਼ੀ ਕਰ ਲੈਣੇ, MSP ਜਦੋਂ ਮਰਜ਼ੀ ਤੋੜਨ ਵਾਸਤੇ ਕਰਨ ਵਾਸਤੇ ਸਰਕਾਰਾਂ ਬਣਾਉਣੀਆਂ। ਕਹਿਣ ਦਾ ਮਤਲਬ ਸਾਡਾ ਮੁੱਦਾ ਇਹੋ ਹੀ ਸੀ ਅੱਜ ਦਾ ਕਿ ਕਿਸਾਨ ਜਿਹੜਾ ਵਿਰੋਧ ਕਰ ਰਿਹਾ, ਤਿੰਨੋਂ ਐਕਟ ਦੇ ਖਿਲਾਫ ਕਰ ਰਿਹਾ, ਪਰ ਇਹ ਐਕਟ ਨੂੰ ਕਿਤੇ ਨਾ ਕਿਤੇ ਕਿਸਾਨਾਂ ਨੂੰ ਸਮਝਾਉਣ ਦੀ ਲੋੜ, ਸਮਝਾਉਣਾ ਸਰਕਾਰ। ਸਭ ਤੋਂ ਵੱਡੀ ਗੱਲ ਹੈ ਕਿਸਾਨਾਂ ਨੂੰ ਸਮਝਾਉਣ ਦੀ ਲੋੜ ਹੈ। ਕਿਸਾਨ ਸਮਝੇਗਾ ਤੇ ਹੀ ਸਰਕਾਰ ਦੇ ਨਾਲ ਚੱਲੇਗਾ, ਵਰਨਾ ਸਰਕਾਰ ਦੇ ਖਿਲਾਫ ਤੇ ਕਿਸਾਨ ਖੜਾ ਹੀ ਹੈ। ਕਿਸਾਨ ਅੱਜ ਪੰਜਾਬ ਦੇ ਵਿੱਚੋਂ ਟਰਾਲੀਆਂ ਭਰ ਕੇ ਕਿਸਾਨ ਦਿੱਲੀ ਜਾ ਰਿਹਾ, ਕੱਲ੍ਹ ਕਿਸਾਨ ਦਿੱਲੀ ਦੀਆਂ ਸੜਕਾਂ ਵੀ ਜਾਮ ਕਰੇਗਾ। ਜਿਸ ਤਰ੍ਹਾਂ ਜੀ ਕਿਸਾਨਾਂ ਨੇ ਕਿਹਾ ਕਿ ਆਪਾਂ ਇਸ ਵਿਰੋਧ ਦੇ ਲਈ, ਇਸ ਐਕਟ ਦੇ ਵਿਰੋਧ ਦੇ ਲਈ ਆਪਣੀ ਇੱਟ ਚੋਟੀ ਦਾ ਜੋੜ ਲਗਾਵਾਂਗੇ, ਤੇ ਕਿਸਾਨ ਉਸ ਦੀ ਪੂਰੀ ਤਿਆਰੀ ਤੇ ਹੈ। ਤੇ ਇਹ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ, ਸਿਆਸੀ ਰੋਟੀਆਂ ਸੇਕਣ ਤੋਂ ਸਿਵਾ ਕਿਸਾਨ ਦਾ ਭਲਾ ਵੀ ਕਰ ਦਿਓ, ਉਹਨੂੰ ਸਮਝਾ ਦਿਓ। ਕਿਸਾਨ ਨੂੰ ਜਿੱਥੇ ਜ਼ਰੂਰਤ ਪੈਂਦੀ ਹੈ, ਕਿਸਾਨ ਨੂੰ ਆਪਣੀ ਸਿਕਿਉਰਿਟੀ ਦੀ ਜ਼ਰੂਰਤ ਹੈ, ਉਹਨੂੰ ਉਹਦੀ ਸਿਕਿਉਰਿਟੀ ਦੀ ਇੰਸ਼ੋਰੈਂਸ ਦਿਓ। ਤੇ ਅੱਜ ਦਾ ਸਾਡਾ ਮੇਨ ਮੁੱਦਾ ਸੀ ਕਿਸਾਨਾਂ ਨੂੰ ਲੈ ਕੇ ਆਪਾਂ ਗੱਲ ਕੀਤੀ, MSP ਦੇ ਬਾਰੇ ਆਪਾਂ ਗੱਲ ਕੀਤੀ, 3 ਖੇਤੀ ਆਰਡੀਨੈਂਸ ਦੇ ਬਾਰੇ, ਤੇ ਪੰਜਾਬ ਸਰਕਾਰ ਦੀ ਨੀਤੀਆਂ ਬਾਰੇ, ਤੇ ਸਿਆਸੀ ਰੋਟੀਆਂ ਸੇਕਣ ਦੇ ਬਾਰੇ। ਤੇ ਅੱਜ ਇਸ ਦੇ ਨਾਲ ਹੀ ਆਪਾਂ ਇਹ ਪ੍ਰੋਗਰਾਮ ਇੱਥੇ ਖਤਮ ਕਰਦੇ ਹਨ। ਸਾਡੇ ਨਾਲ ਅੱਜ ਸਪੈਸ਼ਲ ਟਾਕ ਦੇ ਵਿੱਚ ਮੌਜੂਦ ਸਨ ਸਫਰ ਸ਼ੁਕਲਾ ਜੀ ਦੇ ਨਾਲ ਸੰਦੀਪ ਸਿੰਘ ਜੀ, ਜਿਨ੍ਹਾਂ ਨੇ ਇਸ ਮੁੱਦੇ ਤੇ ਗਰਮ ਬਹਿਸ ਵੀ ਕੀਤੀ ਤੇ ਇਸ ਦਾ ਕਿਤੇ ਨਾ ਕਿਤੇ ਕੋਈ ਸਰਕਾਰ ਦੇ ਨੀਤੀਆਂ ਦੇ ਬਾਰੇ ਕਿਸਾਨਾਂ ਨੂੰ ਜਾਣੂ ਵੀ ਕਰਾਇਆ। ਤੇ ਇਹ ਸੀ ਕੈਮਰਾਮੈਨ ਮਨੋਜ ਭਗਤ ਦੇ ਨਾਲ ਕੈਲਾਸ਼ ਪ੍ਰਜਾਪਤੀ ਦੀ ਰਿਪੋਰਟ। ਜੈ ਹਿੰਦ, ਜੈ ਭਾਰਤ।